ਸਾਮਾਂ ਦੀ ਨੂਰ ਅਰਸੋਂ ਕੁਰਸੋਂ ਝਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ। ਦੋਹਰਾ ਤਖਤ ਬੈਠੇ ਅੰਗਦ ਗੁਰੂ ਕੀਨ ਖਡੂਰ ਨਿਵਾਸ ਨਰਨ ਉਦਾਰਨ ਕਾਰਨੇ ਕਰਤ ਸੁਭਗਤ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗੀ ਪ੍ਰੇਮੀਆਂ, ਸਾਧ ਸੰਗਤ ਦੇ ਰੂਪ ਵਿੱਚ ਆਪਾਂ ਗੁਰੂ ਕੀ ਹਜ਼ੂਰੀ 'ਚ ਸ਼ੋਭਤ ਹਾਂ। ਅਕਾਲ ਪੁਰਖ ਅੰਤਰਜਾਮੀ ਦਾ ਲੱਖ ਲੱਖ ਵੇਰੀ ਧੰਨਵਾਦ ਕਰੀਏ। ਕਲਯੁਗ ਉਧਾਰਿਆ ਗੁਰਦੇਵ ਮਨ ਮੂਤ ਮੂੜ ਜੇ ਮੁਗਧ ਹੋਤੇ ਸਭ ਲੱਗੇ ਤੇਰੀ ਸੇਵ। ਜਿਸ ਵਾਹਿਗੁਰੂ ਨੇ ਆਪ ਨਿਰੰਕਾਰ ਨੇ ਗੁਰੂ ਨਾਨਕ ਰੂਪ ਧਾਰ ਕੇ ਆ ਜਦੋਂ ਆਪਾਂ ਨੂੰ ਮਾਨਸ ਦੇਹੀ ਪ੍ਰਾਪਤ ਹੋਣੀ ਸੀ ਉਦੋਂ ਪਹਿਲਾਂ ਅੰਮ੍ਰਿਤਮਈ ਬਾਣੀ ਦਾ ਪ੍ਰਸਾਰਣ ਕਰ ਦਿੱਤਾ। ਇਹਦੇ 'ਚ ਕੋਈ ਅਧਕ ਫੋਕੀ ਵਡਿਆਈ ਵਾਲੀ ਬਾਤ ਨਹੀਂ ਹੈ। ਅੱਜ ਕੱਲ ਦੁਨੀਆ ਪੜ੍ਹਾਈ ਵੱਲ ਬਹੁਤ ਰੁਚੀ ਰੱਖਦੀ ਹੈ। ਸਾਰੀ ਦੁਨੀਆ ਦੇ ਸ਼ਾਸਤਰ ਧਰਮ ਸ਼ਾਸਤਰ ਫੁੱਲ ਕੇ ਦੇਖ ਲਿਓ, ਗੁਰਬਾਣੀ ਦੇ ਤੁੱਲ ਕਿਤੇ ਆਪ ਜੀ ਨੂੰ ਸਤਿਸੰਗੀ ਬਾਣੀ ਨਹੀਂ ਪ੍ਰਾਪਤ ਹੋਵੇਗੀ। ਜਿਸ ਗੁਰਬਾਣੀ ਦੇ ਅੰਦਰ ਕਿਸੇ ਦੀ ਨਿੰਦਿਆ ਨਹੀਂ, ਕਿਸੇ ਦੇਵੀ ਦੇਵਤੇ ਦੀ ਵੀ ਨਿੰਦਿਆ ਨਹੀਂ, ਕਿਸੇ ਰਾਖਸ਼ਾਂ ਦੀ ਵੀ ਨਿੰਦਿਆ ਨਹੀਂ, ਮੰਦਬੁੱਧੀ ਵਾਲੇ ਪੁਰਸ਼ਾਂ ਨੂੰ ਵੀ ਸਿੱਖਿਆ ਪ੍ਰਾਪਤ ਕਰਾਈ ਹੋਈ ਹੈ। ਬੜੀ ਅਚਰਜਤ ਆਈ ਹੈ। ਅੱਜ ਵੀ ਬਹੁਤ ਸਾਰੀ ਦੁਨੀਆ ਦੀ ਆਵਾਜ਼ ਹੈ ਕਿ ਗੁਰਬਾਣੀ ਕੁਝ ਹੋਰ ਹੈ, ਮੰਤਰ ਕੁਝ ਹੋਰ ਹੈ, ਸਿਮਰਨ ਹੋਰ ਹੈ। ਇਹ ਮਨਮਤ ਵਰਤੀ ਗਈ। ਸਾਰੀ ਗੁਰਬਾਣੀ ਸਿਮਰਨ ਰੂਪ ਹੈ। ਕੋਈ ਪੰਕਤੀ ਐਸੀ ਨਹੀਂ ਗੁਰਬਾਣੀ ਦੇ ਅੰਦਰ ਜਿਹਦੇ 'ਚ ਪਰਮੇਸ਼ਰ ਦਾ ਨਾਮ ਨਹੀਂ। ਅਨੰਤ ਰੂਪ ਤੇਰੇ ਨਾਰਾਇਣ, ਹੇ ਵਾਹਿਗੁਰੂ, ਜਿੱਥੇ ਤੇਰੇ ਰੂਪ ਅਨੰਤ ਹਨ ਤੇਰੇ ਨਾਮ ਵੀ ਅੰਤ ਤੋਂ ਰਹਿਤ ਹਨ। ਸਾਰੀ ਗੁਰਬਾਣੀ ਸਿਮਰਨ ਰੂਪ ਹੈ। ਨਹੀਂ ਤਾਂ ਸਾਰੀ ਦੁਨੀਆ ਕਹਿੰਦੀ ਹੈ ਜੀ ਸਿਮਰਨ ਤਾਂ ਗੁਪਤ ਰੱਖੀ ਦਾ, ਫਲਾਣੇ ਕੋਲੋਂ ਲਵਾਂਗੇ ਚੱਲ ਕੇ। ਗੁਰਬਾਣੀ ਤੱਕ ਚਾਨਣ ਹੀ ਕਰਦੀ ਹੈ, ਲੱਭਣੀ ਚੀਜ਼ ਹੋਰ ਹੈ। ਐਸੀਆਂ ਕਦੇ ਵੀ ਸਤ ਸੰਗਤ ਜੀ ਲੋਕਾਂ ਦੀਆਂ ਜਿਹੜੀਆਂ ਠੱਗੀ ਮਾਰਨ ਵਾਲੀਆਂ ਬਾਤਾਂ ਉਹਨਾਂ ਦੇ ਕਦੇ ਵੀ ਧੱਕੇ ਨਹੀਂ ਚੜ੍ਹਨਾ। ਐਸੇ ਸਤਿਗੁਰੂ ਜੀ ਨੇ ਦਸਾਂ ਜੋਤਾਂ 'ਚ ਵਰਤ ਕੇ ਜੋ ਗੁਰਬਾਣੀ ਸਤ ਸੰਗਤ ਜੀ ਪ੍ਰਗਟ ਕੀਤੀ ਆ, ਆਪਣੇ ਝੋਲੀ 'ਚ ਪਾਈ ਹੈ। ਕੋਈ ਇਹਦੀ ਕੀਮਤ ਨਹੀਂ ਹੈ। ਸਾਰੀ ਭਾਈ ਸਿਮਰਨ ਦੇ ਨਾਲ ਭਰੀ ਪਈ ਹੈ। ਜਿਨ੍ਹਾਂ ਸਤਿਗੁਰਾਂ ਨੇ ਰਸਨਾ ਤੋਂ ਉਚਾਰੀ ਆਪਣਾ ਇਹ ਪਰਮ ਧਰਮ ਹੈ, ਉਹਨਾਂ ਦੇ ਜੀਵਨ ਨੂੰ ਤੱਕਣਾ। ਜਿੰਨਾ ਚਿਰ ਉਹਨਾਂ ਦੇ ਜੀਵਨ ਨੂੰ ਕਥਾ ਨੂੰ ਸੁਣਾਂਗੇ ਪੜ੍ਹਾਂਗੇ, ਆਪਣਾ ਉਹਨਾਂ ਸਤਿਗੁਰਾਂ ਵੱਲ ਧਿਆਨ ਰਹੇਗਾ। ਇਹੀ ਧਿਆਨ ਦੀ ਅਵਧੀ ਕੀ ਹੈ? ਜਿਹਨੂੰ ਧਿਆਈਏ ਉਹਦਾ ਰੂਪ ਹੋ ਜਾਈਦਾ ਹੈ। ਸਿਮਰਨ ਦੀ ਅਵਧੀ ਕੀ ਹੈ? ਜਿਹਨੂੰ ਚੇਤੇ ਕਰੀਏ ਉਹ ਆਪਣੇ 'ਚ ਅਭੇਦ ਹੋ ਜਾਂਦਾ ਹੈ। ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਰਿਆ ਤ੍ਰਿਕੁਟੀਆਂ ਹਨ, ਇਹਨਾਂ ਦਾ ਭਾਵ ਹੋ ਜਾਂਦਾ। ਸੋ ਰਹੁ ਵਿਚਾਰ ਸਤਿਗੁਰੂ ਨਾਨਕ ਦੇਵ ਸਾਹਿਬ ਦੂਸਰੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਆਪ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਚਾਅ ਨਹੀਂ ਗੁਰਤਾ ਗੱਦੀ ਦਾ, ਵਿਛੋੜੇ ਦਾ ਦੁੱਖ ਬਹੁਤ ਹੈ। ਅੰਦਰ ਆ ਕੇ ਬੈਠ ਗਏ। ਖਡੂਰ ਸਾਹਿਬ ਦਰਵਾਜ਼ਾ ਬੰਦ ਕਰ ਦਿੱਤਾ। ਮਾਤਾ ਨੂੰ ਕਹਿ ਦਿੱਤਾ ਦੱਸਣਾ ਨਹੀਂ ਕਿਸੇ ਨੂੰ। ਬਾਬਾ ਬੁੱਢਾ ਜੀ ਨੇ ਆ ਕੇ ਸੰਗਤਾਂ ਦੇ ਸਮੇਤ ਪ੍ਰਗਟ ਕਰਕੇ ਬਾਹਰ ਸਿੰਘਾਸਣ ਤੇ ਬਿਠਾਉਣੇ, ਬੇਨਤੀ ਕਰਨੀ, ਮਹਾਰਾਜ ਗੁਰਤਾ ਗੱਦੀ ਦੇ ਮਾਲਕੋਂ ਕਿਉਂ ਲੁਕਦੇ ਹੋ? ਜ਼ਿੰਮੇਵਾਰੀ ਨਿਭਾਓ। ਸੰਗਤਾਂ ਤੜਫਦੀਆਂ ਹਨ, ਉਪਦੇਸ਼ ਦਿਓ।
ਗੁਰੂ ਅੰਗਦ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਓ ਤਿਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦੇਵ। ਦੀਕਸ਼ਿਤ ਮੰਤਰ ਆਖ ਕੇ ਸਮਝਾ ਦਿੱਤਾ ਹੋਵੇ ਜਿਨ੍ਹਾਂ ਗੁਰਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਨੇ। ਦੁਨੀਆ ਦੇ ਤਖਤੇ ਤੇ ਕੋਈ ਐਸਾ ਪੀਰ ਪੈਗੰਬਰ ਨਹੀਂ ਜਿਹੜਾ ਉਸ ਸਿੱਖ ਨੂੰ ਉਪਦੇਸ਼ ਦੇ ਦੇਵੇ। ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੈ ਉਹ ਮੁਕੰਮਲ ਸੰਪੂਰਨ ਸਿੱਖ ਹੈ, ਉਹਨੂੰ ਹੋਰ ਕੋਈ ਝਾਕ ਰੱਖਣ ਦੀ ਲੋੜ ਨਹੀਂ ਕਿਸੇ ਪਾਸੇ। ਅਸੀਂ ਕੀ ਉਪਦੇਸ਼ ਦਈਏ? ਇਤਨਾ ਭੈ ਤੇ ਅਦਬ ਸੀ ਗੁਰੂ ਅੰਗਦ ਦੇਵ ਜੀ ਦੇ ਨਾਲੇ ਉਹੀ ਜੋਤ ਹਨ। ਬੜੇ ਬਰਾਗਮਈ ਉਪਦੇਸ਼ ਉਸ ਵੇਲੇ ਉਚਾਰਨ ਕੀਤੇ। ਸੋ ਐਸੇ ਸਤਿਗੁਰੂ ਜੀ ਸਤ ਸੰਗਤ ਜੀ ਜਿਨ੍ਹਾਂ ਦੇ ਬਾਰੇ ਆਪ ਕੱਲ ਵੀ ਵਿਚਾਰ ਚੁੱਕੇ ਹਾਂ। ਸੱਚੇ ਪਾਤਸ਼ਾਹ ਖਿਮਾ ਦੇ ਮਾਲਕ ਹਨ। ਖਡੂਰ ਸਾਹਿਬ ਵਿਖੇ ਲੰਗਰ ਚੱਲ ਰਿਹਾ ਹੈ, ਸੰਗਤਾਂ ਸਾਰੀਆਂ ਜੁੜਦੀਆਂ ਨਿਹਾਲ ਹੋ ਰਹੀਆਂ ਹਨ। ਸੋ ਆਪ ਜੀ ਸਤ ਸੰਗਤ ਜੀ ਕੀ ਇੱਛਾ ਧਾਰੀ ਹੈ ਕਿ ਐਸਾ ਕੋਈ ਪਿਆਰਾ ਸਿੱਖ ਹੈ ਜਿਹੜਾ ਗੁਰੂ ਨਾਨਕ ਦੇਵ ਸਾਡੇ ਗੁਰਾਂ ਦੀ ਸਾਰੀ ਕਥਾ ਸੁਣਾਵੇ। ਇਹ ਜਿਸ ਪ੍ਰਕਾਰ ਸਫੁਰਨਾ ਕੀਤਾ ਹੈ ਭਾਈ ਬਾਲਾ ਜੀ ਮਿਲ ਰਹੇ ਨੇ, ਜਿਸ ਪ੍ਰਕਾਰ ਮਹਾਰਾਜ ਜੀ ਨੂੰ ਇਹ ਕਥਾ ਆ ਰਹੀ ਹੈ ਔਰ ਭਾਈ ਬਾਲਾ ਜੀ ਸਾਰੀ ਕਥਾ ਸੁਣਾਉਣਗੇ। ਨਾਲ ਲਿਖਤ ਚਾਵੇਗੀ ਜਿਵੇਂ ਜਨਮ ਸਾਖੀ, ਉਹ ਆਪਾਂ ਕਥਾ ਵਿਚਾਰੀਏ। ਐਸੀ ਰਸ ਭੰਨੀ ਕਥਾ ਪ੍ਰਾਣਾ ਚ ਰਾਜਿਆਂ ਦੀਆਂ ਬਹੁਤ ਹਨ, ਬੜੇ ਬੜੇ ਅਖਿਆਨ ਹਨ, ਲੇਕਿਨ ਸਾਰੀਆਂ ਕਥਾ ਨਾਲੋਂ ਗੁਰੂ ਕੀ ਕਥਾ ਭਾਈ ਉੱਤਮ ਤੋਂ ਉੱਤਮ ਹੈ। ਆਓ ਵਿਚਾਰੀਏ। ਤਖਤ ਬੈਠ ਅੰਗਦ ਗੁਰੂ ਸਤਿਗੁਰੂ ਅੰਗਦ ਦੇਵ ਜੀ ਤਖਤ ਤੇ ਸੁਭਾਏਮਾਨ ਹੋ ਕੇ ਬੈਠ ਕੇ ਕੀਨ ਖਡੂਰ ਨਿਵਾਸ ਖਡੂਰ ਸਾਹਿਬ ਵਿੱਚ ਨਿਵਾਸ ਰੱਖਿਆ ਹੈ। ਨਰਨ ਉਦਾਰਨ ਕਾਰਨੇ ਕੀ ਵੱਡਾ ਨਿਸ਼ਾਨਾ ਹੈ ਕੇਵਲ ਜੀਵਾਂ ਦੀ ਕਲਿਆਣ ਕਰਨੀ ਕਰਤ ਸੋ ਭਗਤ ਪ੍ਰਕਾਸ਼। ਔਰ ਕਲਿਆਣ ਹੋਵੇਗੀ ਕਿਵੇਂ? ਸਾਰਿਆਂ ਦੇ ਹਿਰਦੇ 'ਚ ਪ੍ਰੇਮਾ ਭਗਤੀ ਨੂੰ ਪ੍ਰਗਟ ਕਰਨਾ। ਇੱਥੇ ਬੈਠ ਕੇ ਆਪਾਂ ਪ੍ਰੇਮਾ ਭਗਤੀ ਦੀ ਲਪੇਟ ਵਿੱਚ ਹੀ ਬੈਠਦੇ ਹਾਂ। ਮਨ ਨੂੰ ਪ੍ਰੇਮ ਨਾਲ ਬੰਨ੍ਹ ਲੈਂਦੇ ਆ ਔਰ ਕੀਰਤਨ ਸੁਣਦੇ ਆ, ਕਥਾ ਸੁਣਦੇ ਆ। ਇਹਨੂੰ ਪ੍ਰੇਮਾ ਭਗਤੀ ਕਹਿੰਦੇ ਹੈ। ਇਸ ਨੂੰ ਥਾਂ ਥਾਂ ਤੇ ਪ੍ਰਗਟ ਕਰਦੇ ਹਨ ਗੁਰੂ ਅੰਗਦ ਦੇਵ ਜੀ। ਵਈਆ ਇੱਕ ਬਾਸਰ ਆਸਣ ਢਾਸ ਅਸੀਨ ਸੋਨਾ ਸਾਧ ਸੰਗਤ ਜੀ ਇੱਕ ਦਿਨ ਆਪ ਜੀ ਆਸਣ ਤੇ ਬਿਰਾਜਮਾਨ ਹਨ। ਸੋ ਧਿਆਨ ਵਿਖੇ ਗੁਰ ਅੰਗਦ ਹੋਏ। ਕੀ ਚਿਤਵਣਾ ਸੀ ਗੁਰੂ ਅੰਗਦ ਦੇਵ ਜੀ ਨੇ ਧਿਆਨ ਧਾਰਿਆ ਗੁਰੂ ਨਾਨਕ ਦੇਵ ਜੀ ਦਾ। ਗੁਰੂ ਨਾਨਕ ਕੇ ਪਦ ਪੰਕਜ ਲੀਨ ਸਤਿਗੁਰੂ ਨਾਨਕ ਦੇਵ ਜੀ ਦੇ ਚਰਨ ਤਾਂ ਦੇਖੇ ਹੋਏ ਸੀ ਜਿਨ੍ਹਾਂ ਨੂੰ ਪਲੋਸਦੇ ਰਹੇ, ਪਵਿੱਤਰ ਜਲ ਨਾਲ ਧੋਂਦੇ ਰਹੇ। ਉਹਨਾਂ ਚਰਨਾਂ ਨੂੰ ਭਾਵੇਂ ਅਲੋਪ ਹੋ ਚੁੱਕੇ ਸੀ ਪਰ ਫਿਰ ਵੀ ਸਿਮਰਤੀ ਗਿਆਨ ਤਾਂ ਸੀ ਨਾ। ਬੈਠੇ ਬੈਠੇ ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਚ ਲੀਨ ਹੋਏ। ਨਿਰੰਤਰ ਹੀ ਮੁਦ ਲੋਚਨ ਕੋਏ ਇੱਕ ਰਸ ਅੱਖਾਂ ਮੀਚ ਲਈਆਂ। ਪੁੰਜੋ ਉਪਜੀ ਔਰ ਵਿੱਚ ਵਿਚਾਰ। ਫਿਰ ਇਸ ਤਰ੍ਹਾਂ ਮਨ ਵਿੱਚ ਵਿਚਾਰ ਪੈਦਾ ਹੋਈ ਗੁਰੂ ਅੰਗਦ ਦੇਵ ਜੀ ਦੇ। ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ। ਜਿਸ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸਾਂ ਦੇ ਭਰਮ ਚੱਕ ਦਿੱਤੇ, ਭ੍ਰਾਂਤੀ ਚੱਕ ਕੇ ਗਿਆਨ ਦਿੱਤਾ ਹੈ। ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਐਸੇ ਗੁਰੂ ਨਾਨਕ ਦੇਵ ਜੀ ਨਿਰੰਕਾਰ ਰੂਪ ਹਨ। ਜਿਨ ਭੇਦ ਨ ਮਦ ਤਰੰਗ ਹੈ ਤੋਏ। ਜਿਵੇਂ ਪਾਣੀ ਤੇ ਲਹਿਰ ਵਿੱਚ ਕੋਈ ਫਰਕ ਨਹੀਂ ਹੁੰਦਾ, ਇਹ ਨਿਰੰਕਾਰ ਤੇ ਗੁਰੂ ਨਾਨਕ ਦੇਵ ਜੀ ਫਰਕ ਕੋਈ ਨਹੀਂ। ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ। ਮ੍ਰਿਤਾਪਤੀ ਸਤ ਸੰਗਤ ਜੀ ਚਿਤਵਦੇ ਰਹਿੰਦੇ ਨੇ ਪ੍ਰੀਤ ਦੀ ਰਹੁ ਰੀਤੀ ਦੇ ਨਾਲ। ਮਨ ਵਿੱਚ ਪ੍ਰੀਤੀ ਹੈ ਔਰ ਗੁਰੂ ਨਾਨਕ ਦੇਵ ਜੀ ਨੂੰ ਚੇਤੇ ਰੱਖਦੇ ਨੇ ਗੁਰੂ ਅੰਗਦ ਦੇਵ ਜੀ। ਭਵ ਮੈਂ ਭਵ ਸ੍ਰੀ ਗੁਰ ਕੋ ਬਿਦ ਲੀਨੋ। ਕੀ ਚਿਤਵਿਆ ਹੈ ਕਿ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਵਿੱਚ ਜਿਹੜਾ ਅਵਤਾਰ ਧਾਰਿਆ ਹੈ ਕਿਹੜੀ ਵਿਧੀ ਨਾਲ ਲਿਆ ਹੈ, ਕੀ ਪ੍ਰਯੋਜਨ ਸੀ। ਨਿਸ਼ਾਨਾ ਹੋਇਆ ਕਰਦਾ ਹੈ ਜਿੰਨੇ ਅਵਤਾਰ ਆਉਂਦੇ ਨੇ। ਨਰਸਿੰਘ ਰੂਪ ਹੋ ਕੇ ਪ੍ਰਗਟਿਆ, ਕੀ ਨਿਸ਼ਾਨਾ ਸੀ? ਪ੍ਰਹਲਾਦ ਦੀ ਰੱਖਿਆ ਕਰਨੀ ਸੀ। ਇਸੇ ਤਰ੍ਹਾਂ ਕ੍ਰਿਸ਼ਨ ਹੋ ਕੇ ਪ੍ਰਗਟ ਹੋਇਆ, ਦੁਆਪਰੇ ਦੇ ਸੱਸਨੀ ਗਵਾਲਿਆਂ ਨੂੰ ਤਾਰਨਾ ਸੀ। ਉਹ ਜੋ ਤ੍ਰੇਤੇ ਯੁੱਗ 'ਚ ਵਰ ਦਿੱਤਾ ਸੀ ਜਨਕਪੁਰੀ ਦੀਆਂ ਲੜਕੀਆਂ ਨੂੰ, ਵਰੂੰਗਾ ਤੁਹਾਨੂੰ, ਉਹ ਵਰਨੀਆਂ ਸੀ। ਐਸੇ ਸਤ ਸੰਗਤ ਜੀ ਕੋ ਨਿਮਿਤ ਹੋਇਆ ਕਰਦੇ ਨੇ ਅਵਤਾਰਾਂ ਦੇ। ਸੋ ਆਪ ਜੀ ਸੋਚਦੇ ਨੇ ਗੁਰੂ ਨਾਨਕ ਦੇਵ ਜੀ ਨੇ ਕਿਉਂ ਅਵਤਾਰ ਧਾਰਿਆ। ਪੁਨ ਬਾਲ ਜਬਾ ਕੇ ਬਿਲਾਸ ਜਿਉ। ਫਿਰ ਗੁਰੂ ਨਾਨਕ ਦੇਵ ਜੀ ਦੇ ਬਾਲਕ ਅਵਸਥਾ ਦੇ ਜਿਹੜੇ ਕੌਤਕ ਹਨ, ਖੇਤੀਆਂ ਹਰੀਆਂ ਕਰ ਦੇਣੀਆਂ, ਸੱਪਾਂ ਨੇ ਛਾਵਾਂ ਕਰਨੀਆਂ ਧੁੱਪੇ ਬਰਾਜਿਆਂ ਹੋਇਆਂ ਤੇ।
ਐਸੇ ਜਿਹੜੇ ਬਾਲਕ ਲੀਲਾ ਦੇ ਬਚਨ ਹਨ, ਇਤਿਹਾਸ ਕਹੈ ਸਿਖ ਕੌਣ ਪਰਬੀਨੋ। ਇਹੋ ਜਿਹਾ ਕੋਈ ਸਿਆਣਾ ਸਿੱਖ ਹੋਵੇ ਜਿਹੜਾ ਸਾਨੂੰ ਸਾਰੀ ਕਥਾ ਸੁਣਾਵੇ। ਇਹ ਸੋਚਦੇ ਨੇ ਗੁਰੂ ਅੰਗਦ ਦੇਵ ਜੀ। ਸਭ ਦੇਸ਼ ਵਿਦੇਸ਼ਨ ਕੋ ਰਟਨੋ। ਫਿਰ ਦੇਸਾਂ ਪ੍ਰਦੇਸਾਂ ਚ ਆਪ ਜੀ ਨੇ ਰਟਨਾ ਕੀਤਾ ਹੈ। ਕਟਨੋ ਕੁਟਲੰ ਵੱਡ ਦੰਭ ਜੋ ਕੀਨੇ। ਜਿਹੜੇ ਪਾਪੀ ਲੋਕ ਸੀ, ਪਖੰਡ ਬਣਾਈ ਬੈਠੇ, ਉਹਨਾਂ ਦੇ ਪਖੰਡ ਨੂੰ ਕੱਟਣਾ, 100 ਸੁਹਾਗਣ ਵਰਗਿਆਂ ਨੂੰ ਸਮੱਤ ਦੇਣੀ, ਇਹ ਪ੍ਰਸੰਗ। ਚਿਤ ਚਿੰਤਤ ਦੇਤ ਚਿੰਤਤਤਾ। ਜਿਹੜਾ ਚਿਤ ਵਿੱਚ ਚਿਤਵਦਾ ਗੁਰੂ ਨਾਨਕ ਦੇਵ ਜੀ ਨੂੰ ਅਚਿੰਤ ਪਦ ਵੀ ਬਖਸ਼ ਦਿੰਦੇ। ਨਹੀਂ ਤਾਂ ਚਿੰਤਾ ਭਾਈ ਚਿਖਾ ਸਮਾਨ ਹੈ, ਸਾੜਦੀ ਰਹਿੰਦੀ ਹੈ। ਦੂਸਰੀ ਚਿਖਾ ਕੇਰਾਂ ਸਾੜ ਦੇਗੀ, ਖਤਮ ਹੋ ਜਾਣਗੇ। ਜਿਹੜੀ ਚਿੰਤਾ ਤਾਂ ਨਿਤ ਦੀ ਚਿਖਾ ਤੇ ਸੜਨਾ ਹੈ। ਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਮਹਾਰਾਜ ਜੀ ਨੂੰ ਜੋ ਚਿਤਵਦਾ ਹੈ, ਉਹਦੀ ਚਿੰਤਾ ਚੱਕੀ ਜਾਂਦੀ। ਜੋ ਬੈਸ ਇਕਾਂਤ ਗੁਰੂ ਰਸ ਪੀਨੋ। ਇਉਂ ਸਤ ਸੰਗਤ ਜੀ, ਸਤਿਗੁਰੂ ਜੀ ਗੁਰੂ ਨਾਮ ਦੇ ਰਸ ਵਿੱਚ ਬੈਠੇ ਹਨ ਇਕਾਂਤ। ਦੋਹਰਾ ਸ੍ਰੀ ਗੁਰ ਬਰ ਸਰਬਾ ਗੁਰ। ਐਸੇ ਸਤ ਸੰਗਤ ਜੀ, ਸਤਿਗੁਰੂ ਜੀ ਬਰ ਸ੍ਰੇਠ ਸਰਬ ਦੇ ਗਿਆਤੇ ਹਨ। ਡਰ ਹਰ ਅਰ ਜੁਰ ਤੀਨ। ਔਰ ਸਤਿਗੁਰੂ ਜੀ ਕੈਸੇ ਹਨ? ਆਪ ਜੀ ਸਤ ਸੰਗਤ ਜੀ ਜੰਮਣ ਮਰਨ ਦਾ ਡਰ ਮੇਟ ਦਿੰਦੇ ਨੇ ਸਿੱਖਾਂ ਦਾ, ਔਰ ਤਿੰਨਾਂ ਤਾਪਾਂ ਨੂੰ ਵੀ ਮੇਟ ਦਿੰਦੇ ਹਨ। ਪੜ੍ਹੈ ਸੁਨੇ ਸਿਖ ਹੋਏਗਾ। ਜਿਹੜਾ ਪੜ੍ਹੇਗਾ ਸੁਣੇਗਾ ਇਸ ਕਥਾ ਨੂੰ, ਉਹਨਾਂ ਦੀ ਮੁਕਤੀ ਹੋਵੇਗੀ। ਹਿਰਦੇ ਮਨੋਰਥ ਕੀਨ। ਇਹ ਹਿਰਦੇ 'ਚ ਸੰਕਲਪ ਕੀਤਾ ਗੁਰੂ ਅੰਗਦ ਦੇਵ ਜੀ ਨੇ, ਸਿੰਘਾਸਣ ਤੇ ਬੈਠ ਕੇ ਧਿਆਨ ਧਾਰਿਆ ਗੁਰੂ ਨਾਨਕ ਦੇਵ ਜੀ ਦਾ। ਫਿਰ ਫੁਰਨਾ ਕੀਤਾ, ਐਸਾ ਕੋਈ ਕਰਨੀ ਵਾਲਾ ਸਿੱਖ ਹੋਵੇ ਜਿਹੜਾ ਸਾਰੀ ਕਥਾ ਸੁਣਾਵੇ, ਔਰ ਜੋ ਉਸ ਕਥਾ ਨੂੰ ਪੜ੍ਹੇ ਸੁਣੇਗਾ ਉਹਦੀ ਕਲਿਆਣ ਹੋਵੇਗੀ। ਚੋਪ ਯੁਤ ਬਾਲੇ ਸੰਧੂ ਸੋ ਵਿਚਾਰਾ। ਜਿਨ੍ਹਾਂ ਦੇ ਦਿਲਾਂ 'ਚ ਰਾਹ ਹੁੰਦੇ, ਸਾਧ ਸੰਗਤ ਜੀ ਕਹਾਵਤ ਹੈ, ਉਧਰ ਸੰਧੂ ਗੋਦ ਦੇ ਭਾਈ ਵਾਲਾ ਜੀ ਨਨਕਾਣੇ ਸਾਹਿਬ ਦੇ ਨਿਵਾਸੀ, ਉਹਨਾਂ ਨੇ ਵਿਚਾਰ ਕੀਤੀ ਉਹਨਾਂ ਦਿਨਾਂ 'ਚ ਸ੍ਰੀ ਨਾਨਕ ਤੇ ਹਰ ਅਵਤਾਰਾ। ਕਿ ਜਿੰਨਾ ਗੁਰੂ ਨਾਨਕ ਦੇਵ ਜੀ ਦੇ ਮੈਂ ਚਰਨਾਂ 'ਚ ਰਿਹਾ ਸਾਰੀ ਜ਼ਿੰਦਗੀ, ਉਹ ਵਾਹਿਗੁਰੂ ਦਾ ਅਵਤਾਰ ਹਨ। ਨਿਜ ਸਥਾਨ ਸੋ ਕੌਣ ਬਿਠਾਇਓ। ਕਿਉਂ ਭਾਈ ਵਾਲਾ ਜੀ ਕਰਤਾਰਪੁਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਨਿਵਾਸ ਰੱਖਿਆ, ਫਿਰ ਆਪਣੇ ਪਿੰਡ ਆ ਗਏ ਸੀ, ਕਾਰ ਵਿਹਾਰ ਘਰ ਦਾ ਕਰਨ ਲੱਗ ਗਏ ਸੀ। ਸੋਚਦੇ ਐ ਵੀ ਇਸ ਵੇਲੇ ਆਪ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਦੇਵ ਜੀ, ਆਪ ਦੇ ਤੋਂ ਕਿਹਨੂੰ ਇਸਦ ਕੀਤਾ ਗੱਦੀ ਤੇ। ਇਸ ਦਰਸ਼ਨ ਜੀ ਰਲ ਲਚਾਇਓ। ਮਨ ਵਿੱਚ ਖਿੱਚ ਪਈ ਭਾਈ ਵਾਲੇ ਦੇ ਕਿ ਜੋ ਗੁਰੂ ਨਾਨਕ ਦੇਵ ਜੀ ਗੱਦੀ ਦਾ ਮਾਲਕ ਕੋਈ ਨਵਾਂ ਬਣਿਆ, ਮੈਂ ਦਰਸ਼ਨ ਕਰਾਂ। ਬਹੁ ਨਰਮ ਹੈ ਬੋਲਿਓ ਇਮ ਬਾਲਾ। ਉੱਥੇ ਨਨਕਾਣੇ ਸਾਹਿਬ ਜਿੱਥੇ ਸੱਤ ਸੀ, ਲੋਕ ਇਕੱਠੇ ਹੁੰਦੇ ਨੇ, ਸਾਰਿਆਂ ਵਿੱਚ ਬੋਲਿਆ ਭਾਈ ਵਾਲਾ। ਇੱਕ ਸਿੱਖ ਵਜ ਭਾਖਿਓ ਤੇ ਕਾਲਾ। ਤੇ ਭਾਈ ਕਿਸੇ ਨੂੰ ਪਤਾ ਹੈ ਵੀ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਕੌਣ ਹਨ? ਨਨਕਾਣੇ ਸਾਹਿਬ ਇੱਕ ਸਿੱਖ ਨੇ ਕਿਹਾ ਉਸ ਵੇਲੇ, ਇਹਣ ਗੋ ਤੇ ਅੰਗਦ ਤੇ ਹੋ ਨਾਮੂ। ਭਾਈ ਵਾਲਾ ਜੀ ਅਸੀਂ ਉਹ ਕਨਸੋਚ ਸੁਣੀ ਹੈ ਕਿ ਤਿਹਣ ਗੋਤ ਹੈ, ਅੰਗਦ ਜੀ ਨਾਮ ਹੈ ਉਹਨਾਂ ਦਾ। ਗੁਰਤਾ ਉਚਿਤ ਭਇਓ ਅਬਰਮੂ। ਬੜੇ ਸੁੰਦਰ ਸਰੂਪ ਵਾਲੇ ਨੇ, ਗੁਰਤਾ ਗੱਦੀ ਦੇ ਯੋਗ ਉਹ ਲਾਇਕ ਹਨ। ਕਬਿਤ ਕਬਿਤ ਸ਼ਰੋਤ ਸੁਨ ਵਾਲੇ ਬਾਦ ਭਇਓ ਪੁਲਕਾਤ ਗਾਤ। ਜਿਸ ਵੇਲੇ ਕੰਨੀ ਸੁਣਿਆ ਸਾਧ ਸੰਗਤ ਜੀ ਕਿ ਗੁਰੂ ਅੰਗਦ ਦੇਵ ਜੀ ਗੁਰੂ ਬਣ ਗਏ ਹਨ, ਭਾਈ ਵਾਲਾ ਰੋਮ ਰੋਮ ਖੜਾ ਹੋ ਗਿਆ। ਅੰਗਨਾ ਸਮਾਤ ਚੱਲਿਓ ਤਾਂ ਤਬ ਤਾਏ ਕੈ। ਐਡੀ ਖੁਸ਼ੀ ਹਿਰਦੇ 'ਚ ਸਾਧ ਸੰਗਤ ਜੀ ਸਮਾਉਂਦੀ ਨਹੀਂ, ਉਛਲ ਉਛਲ ਪੈਂਦੀ ਹੈ। ਉਸੇ ਵੇਲੇ ਤਿਆਰੀ ਕਰ ਲਈ ਖੰਡੂਰ ਸਾਹਿਬ ਆਉਣ ਦੀ। ਕਾਤਕ ਦਿਵਸ ਪੁੰਨਿਓ ਆਇ ਸੋ ਦਿਦਾਰ ਕੀਨੋ। ਕੱਤਕ ਦਾ ਸਤ ਸੰਗਤ ਜੀ ਮਹੀਨੇ ਕੱਤਕ ਦੀ ਪੁੰਨਿਆ ਦਾ ਪੁਰਬ ਸੀ, ਮਹਾਰਾਜ ਦਾ ਅਵਤਾਰ ਧਾਰਨ ਦਾ ਦਿਨ। ਆ ਕੇ ਖੰਡੂਰ ਸਾਹਿਬ ਦਰਸ਼ਨ ਕੀਤੇ ਭਾਈ ਵਾਲੇ ਨੇ ਨਨਕਾਣੇ ਸਾਹਿਬ ਤੋਂ ਗੁਰੂ ਅੰਗਦ ਦੇਵ ਜੀ ਦੇ। ਕਰੀ ਕਰ ਬੰਦ ਅਬ ਬੰਦ ਸੀਸ ਨਾਇਕ। ਹਿਰਦੇ ਭਾਵਨਾ ਧਾਰ ਕੇ ਹੱਥ ਜੋੜ ਕੇ ਮੱਥਾ ਟੇਕਿਆ। ਦੇਖਤ ਮਗਨ ਭਇਓ ਆਵਨ ਸਫਲ ਕੀਓ। ਦਰਸ਼ਨ ਕਰਕੇ ਮਨ ਦੀ ਬਿਰਤੀ ਟੇਗੀ, ਮਗਨ ਹੋ ਗਿਆ, ਮਸਤ ਹੋ ਗਿਆ। ਕੀ ਕਹਿੰਦਾ ਮਨ ਵਿੱਚ ਭਾਈ ਵਾਲਾ? ਕਹ ਜਨਮ ਤਾਂ ਸਫਲਾ ਕਰ ਲਿਆ ਆ ਕੇ। ਬੈਠਿਓ ਸੁਖ ਮਾਨ ਗੁਰ ਆਇਸ ਕੋ ਪਾਏ ਕੈ। ਗੁਰੂ ਅੰਗਦ ਦੇਵ ਜੀ ਆਗਿਆ ਪਾ ਕਰਕੇ ਸੰਗਤ 'ਚ ਬੈਠ ਗਿਆ ਭਾਈ ਵਾਲਾ। ਸਤ ਕਰਤਾਰ ਕੋ ਚਾਰ ਕੇ ਬੁਝਤ ਪੁਨ। ਸਤਿਗੁਰੂ ਜੀ ਕਹਿੰਦੇ ਸਤ ਕਰਤਾਰ ਗੁਰੂ ਘਰ ਦਾ ਬੋਲਾ ਸੀ ਪਹਿਲਾਂ। ਹੁਣ ਆਪਣੇ ਫਤਿਹ ਬਣਾਉਣ ਦੀ ਸਤਿ ਮਰਜ਼ਾਦਾ ਕਰਨੀ ਤਰਪਾਤਸ਼ਾਹ ਦੀ ਤੋਰੀ ਹੋਈ। ਨਾਲੇ ਕਿਹਾ ਅੱਛਾ ਭਾਈ ਤੈਨੂੰ ਸਤ ਕਰਤਾਰ ਚੇਤੇ ਆਵੇ। ਅਸ਼ੀਰਵਾਦ ਦਿੱਤੀ। ਅਸ਼ੀਰਵਾਦ ਦੇ ਕੇ ਗੁਰੂ ਅੰਗਦ ਦੇਵ ਜੀ ਪੁੱਛਦੇ ਭਾਈ ਵਾਲੇ ਨੂੰ ਕਿ ਤੂੰ ਤੇ ਆਏ ਤੁਮ ਦੀਜੀਏ ਸੁਨਾਏ ਕੈ। ਹੇ ਗੁਰੂ ਕੇ ਸਿੱਖ,
ਕਿੱਥੋਂ ਆਇਆ ਤੂੰ ਸਾਨੂੰ ਦੱਸ। ਦੋਹਰਾ ਜਥਾ ਸ਼ਕਤ ਜੋ ਭੇਟ ਥੀ, ਜੈਸੇ ਸ਼ਕਤੀ ਸੀ ਜੋ ਭੇਟਾ ਲੈ ਕੇ ਆਇਆ ਸੀ ਭਾਈ ਬਾਲਾ, ਆਗੇ ਧਰੀ ਬਨਾਏ, ਗੁਰੂ ਅੰਗਦ ਦੇਵ ਜੀ ਦੇ ਅੱਗੇ ਰੱਖ ਦਿੱਤੀ। ਹੁਣ ਬਾਲਾ ਬੋਲਤ ਪਇਓ, ਭਾਈ ਬਾਲਾ ਜੀ ਮਹਾਰਾਜ ਦੇ ਪੁੱਛਣ ਤੋਂ ਦੱਸਣ ਲੱਗਾ। ਜਿਨੇ ਬਚਨ ਮਹਿ ਪਾਏ, ਬਹੁਤ ਹੀ ਬੇਨਤੀਆਂ ਸਖਤ ਦੀ ਨਿਮਰਤਾ ਦੇ ਸਹਿਤ। ਚੋਪੇ ਸ਼੍ਰੀ ਅੰਗਦ ਜੀ ਸੁਨੋ ਕਿਰਪਾਲਾ, ਹੇ ਕਿਰਪਾਲੂ ਗੁਰੂ ਅੰਗਦ ਦੇਵ ਜੀ ਮੇਰੀ ਬੇਨਤੀ ਸੁਣੋ। ਭਾਈ ਬਾਲਾ ਜੀ ਕਹਿੰਦੇ ਸੰਧੂ ਗੋਤ ਨਾਮ ਮੋਹਿ ਬਾਲਾ, ਚੰਦੂ ਮੇਰਾ ਗੋਤ ਹੈ, ਮੇਰਾ ਨਾਮ ਬਾਲਾ ਹੈ। ਰਾਏ ਭੋਇ ਤਲਵੰਡੀ ਜੋ ਰਾਏ ਭੋਏ ਦੀ ਤਲਵੰਡੀ ਜਿਹਨੂੰ ਨਨਕਾਣਾ ਸਾਹਿਬ ਕਹਿੰਦੇ ਹਨ, ਵਤਨ ਜਨਮ ਹਮਰਾ ਹੈ ਸੋ, ਉੱਥੇ ਹੀ ਮੇਰਾ ਜਨਮ ਹੈ, ਉਹੀ ਮੇਰਾ ਦੇਸ਼ ਹੈ। ਗੁਰ ਦਰਸ਼ਨ ਕੀ ਲਾਲਸ ਪੂਰੀ, ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਇੱਛਾ ਸੀ, ਜਾਣਤੇ ਹੋ ਚੱਲ ਆਏ ਹਦੂਰੀ। ਇਸ ਕਰਕੇ ਤੁਹਾਡੀ ਹਜ਼ੂਰੀ 'ਚ ਦਰਸ਼ਨਾਂ ਨੂੰ ਆਇਆ ਹਾਂ ਜੀ। ਅਜਰ ਜਰਨ ਔਰ ਧੀਰਨ ਧਾਰੀ, ਅਜਰ ਸ਼ਕਤੀ ਨੂੰ ਜਰ ਲੈਣਾ, ਹਿਰਦੇ 'ਚ ਧੀਰ ਧਾਰਨੀ। ਸੁਣੀ ਆਪ ਕੇ ਮਹਿਮਾ ਭਾਰੀ, ਬੜੀ ਭਾਰੀ ਮਹਿਮਾ ਸੁਣੀ ਹੈ। ਖਡੂਰੀਆਂ ਨੇ ਕੱਢ ਦਿੱਤੇ ਸੀ, ਗੁੱਸਾ ਨਹੀਂ ਕੀਤਾ। ਫਿਰ ਲੈਣ ਗਏ, ਆ ਗਏ। ਸਾਰੀ ਸ਼ਕਤੀ ਨੂੰ ਜਰਨ ਵਾਲੇ ਹੋ ਤੁਸੀਂ। ਕਹਿ ਸ਼੍ਰੀ ਅੰਗਦ ਤੁਮ ਗੁਰ ਕੋ ਹੈ, ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲਾ ਤੇਰਾ ਗੁਰੂ ਕੌਣ ਹੈ ਭਾਈ? ਕਰੋ ਚਾਰਨ ਨਿਜ ਮਤ ਜੋ ਹੈ, ਜੋ ਤੇਰੀ ਮੱਤ ਹੈ ਉਹ ਵੀ ਦੱਸ ਦੇ। ਮਦਰ ਬਚਨ ਸੋ ਮ੍ਰਿਦੁਲ ਸੁਭਾਉ, ਬੜਾ ਤੇਰਾ ਮਿੱਠਾ ਸੁਭਾਅ ਹੈ ਔਰ ਕੋਮਲ ਬਚਨ ਹਨ। ਵਿਸ਼ਨ ਬਾਉ ਸਪਰਸ਼ ਨ ਕਾਉ, ਸਾਨੂੰ ਐ ਪ੍ਰਤੀਤ ਹੁੰਦਾ ਗੁਰੂ ਅੰਗਦ ਦੇਵ ਜੀ ਕਹਿੰਦੇ ਜਿਵੇਂ ਵਿਸ਼ਿਆਂ ਦੀ ਹਵਾ ਤੈਨੂੰ ਲੱਗੀ ਨਹੀਂ ਹੁੰਦੀ, ਇੰਨਾ ਤੇਰਾ ਜੀਵਨ ਨਿਰਮਲ ਲੱਗਦਾ ਹੈ। ਹਾਥ ਬੰਦ ਬੋਲਿਓ ਬਚ ਬਾਲਾ, ਹੱਥ ਜੋੜ ਕਰਕੇ ਭਾਈ ਬਾਲਾ ਜੀ ਬੋਲੇ, ਸਭ ਰਾਵਰ ਕੋ ਗਿਆਤ ਬਿਸਾਲਾ। ਮਹਾਰਾਜ ਆਪ ਜੀ ਨੂੰ ਤਾਂ ਸਭ ਗਿਆਤ ਹੈ, ਤੁਸੀਂ ਇਹ ਗੁਰੂ ਨਾਨਕ ਰੂਪ ਹੋ, ਤੁਹਾਡੇ ਚਰਨਾਂ 'ਚ ਹੀ ਮੈਂ ਰਿਹਾ ਹਾਂ। ਤਦ ਭਜੋ ਤੁਮ ਪੁੱਛਨ ਅਨਸਾਰੀ, ਤੁਸੀਂ ਮੈਨੂੰ ਪੁੱਛਿਆ ਵੀ ਕਿੱਥੋਂ ਆਇਆ ਤੂੰ। ਸੁਨੋ ਆਪ ਮੈਂ ਕਹੂੰ ਸੁਧਾਰੀ, ਸੁਣੋ ਮਹਾਰਾਜ ਮੈਂ ਚੰਗੀ ਤਰ੍ਹਾਂ ਦੱਸਦਾ ਹਾਂ। ਸ਼੍ਰੀ ਨਾਨਕ ਜੀ ਮੈਂ ਗੁਰ ਪੂਰਨ, ਮੇਰੇ ਗੁਰੂ ਗੁਰੂ ਨਾਨਕ ਦੇਵ ਜੀ ਹਨ ਪੂਰਨ। ਕਲ ਕਲਮਲ ਰੋਜ ਪਦ ਰਾਜ ਚੂਰਨ, ਜਿਨ੍ਹਾਂ ਦੇ ਚਰਨਾਂ ਦੀ ਧੂੜੀ ਕਲਯੁਗ ਦੇ ਪਾਪਾਂ ਨੂੰ, ਰੋਗਾਂ ਨੂੰ ਚੱਕਣ ਵਾਸਤੇ ਨਾ ਚੂਰਨ ਦੀ ਨਿਆਈ ਹੈ। ਦੰਭ ਮਤੰਗੇ ਕੋ ਸਰ ਕੇ ਹਰ, ਆਪ ਜੀ ਸੱਚੇ ਪਾਤਸ਼ਾਹ ਸ਼ੇਰ ਦੀ ਨਿਆਈ ਹਨ ਗੁਰੂ ਨਾਨਕ ਦੇਵ ਜੀ, ਪਖੰਡ ਰੂਪੀ ਹਾਥੀ ਨੂੰ ਦਬਲਣ ਵਾਸਤੇ। ਭਾਉ ਭਗਤ ਕ੍ਰਿਖ ਜਗਤ ਸੋ ਜਲ ਧਰ, ਸੰਸਾਰ ਦੇ ਤੇ ਪ੍ਰੇਮਾ ਭਗਤੀ ਖੇਤੀ ਨੂੰ ਹਰਾ ਭਰੀ ਕਰਨ ਵਾਸਤੇ ਬੱਦਲ ਰੂਪ ਨੇ ਗੁਰੂ ਨਾਨਕ ਦੇਵ ਜੀ। ਸੁਨ ਸ਼੍ਰੀ ਅੰਗਦ ਬਚਨ ਉਚਾਰਿਓ, ਜਦੋਂ ਸਤ ਜੀ ਸੁਣਿਆ ਭਾਈ ਬਾਲੇ ਦੇ ਮੁਖੋਂ ਕਿ ਮੇਰੇ ਤਾਂ ਗੁਰੂ ਨਾਨਕ ਦੇਵ ਜੀ ਹਨ, ਸਿਫਤ ਸੁਣੀ ਗੁਰੂ ਨਾਨਕ ਦੇਵ ਜੀ ਦੀ, ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਤੋਂ, ਫਿਰ ਬਚਨ ਕਹੇ, ਤੁਮ ਗੁਰ ਨਾਨਕ ਰੂਪ ਨਿਹਾਰਿਓ। ਧੰਨ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਬਾਲੇ ਤੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ। ਕਬ ਕੀ ਗੁਰ ਸਿੱਖੀ ਮਨ ਮਾਨੀ, ਕਦੋਂ ਦਾ ਤੇਰਾ ਮਨ ਮੰਨਿਆ ਸਿੱਖੀ ਧਾਰਨ ਵਿੱਚ। ਪਰਮ ਪ੍ਰੇਮ ਮਹਿ ਮਤ ਲਪਟਾਨੀ, ਤੇਰੀ ਜਿਹੜੀ ਬੁੱਧੀ ਆ ਬੜੇ ਪ੍ਰੇਮ ਵਿੱਚ ਲਿਪਟੀ ਹੋਈ ਹੈ। ਬਾਲਾ ਬੋਲਿਓ ਸੁਨੋ ਦਇਆਲਾ, ਭਾਈ ਬਾਲਾ ਜੀ ਬੋਲੇ ਹੇ ਗੁਰੂ ਅੰਗਦ ਦੇਵ ਜੀ ਸੁਣੋ, ਤਿਨ ਕੈ ਸੰਗ ਰਹਿਓ ਚਿਰਕਾਲਾ। ਮੈਂ ਤਾਂ ਬਹੁਤ ਚਿਰਕਾਲ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਰਿਹਾ। 3 ਬਰਖ ਤਨ ਬੈਸ ਬਡੇਰੀ, ਮਹਾਰਾਜ ਦੀ ਉਮਰ ਮੇਰੇ ਨਾਲੋਂ 3 ਸਾਲ ਜ਼ਿਆਦਾ ਵੱਡੀ ਸੀ, ਮੇਰੇ ਤੋਂ 3 ਸਾਲ ਵੱਡੇ ਸਨ ਗੁਰੂ ਨਾਨਕ ਦੇਵ ਜੀ। ਭਾਈ ਬਾਲਾ ਜੀ ਕਹਿੰਦੇ ਬਾਲ ਤਰਨ ਬੈ ਬਿਤੀ ਬਤੇਰੀ, ਬਾਲਕ ਅਵਸਥਾ ਵੀ ਉਹਨਾਂ ਦੇ ਨਾਲ ਖੇਡਦਿਆਂ ਦੀ ਬਤੀਤ ਹੋਈ, ਜਵਾਨੀ ਵੀ ਉਹਨਾਂ ਦੇ ਚਰਨਾਂ 'ਚ ਹੀ ਬਤੀਤ ਹੋਈ ਮੇਰੀ। ਦੋਹਰਾ ਦਾ ਦਿਸ਼ ਦਰਸ਼ ਦਿਖਾਇਓ, ਦਸੋਂ ਦਿਸਾਂ ਖੰਡਾ ਬਰਮੰਡਾ 'ਚ ਮੈਨੂੰ ਦਰਸ਼ਨ ਕਰਾਏ ਗੁਰੂ ਨਾਨਕ ਦੇਵ ਜੀ ਨੇ। ਭਾਈ ਬਾਲਾ ਜੀ ਬੋਲਦੇ ਦਇਆ ਦ੍ਰਿਸ਼ ਕੋ ਦੇਖ, ਬੜੀ ਦਇਆ ਦ੍ਰਿਸ਼ਟੀ ਨਾਲ ਤੱਕਦੇ ਰਹਿੰਦੇ ਗੁਰੂ ਨਾਨਕ ਦੇਵ ਜੀ। ਨਿਕਟ ਰਹਿ ਤਿਨ ਚਰਨ ਹਮ, ਮੈਂ ਉਹਨਾਂ ਦੇ ਚਰਨਾਂ ਦੇ ਪਾਸ ਰਿਹਾ ਹਾਂ। ਤਾਰਿਓ ਜਗਤ ਬਸੇਖ, ਮੈਂ ਦੱਸ ਨਹੀਂ ਸਕਦਾ ਤਾਰੇ ਗਨੇ ਜਾਤ ਤੇਰੇ ਤਾਰੇ ਨੰਗ ਨਾਥ ਹੈ। हे ਗੁਰੂ ਨਾਨਕ ਦੇਵ ਜੀ ਜਿੰਨੇ ਕੁ ਤੂੰ ਤਾਰ ਦਿੱਤੇ ਸੰਸਾਰ ਤੋਂ ਉਹ ਨਹੀਂ ਗਿਣੇ ਜਾਂਦੇ, ਆਕਾਸ਼ ਦੇ ਤਾਰੇ ਗਿਣੇ ਜਾਣ ਤਾਂ ਗਿਣੇ ਹੀ ਜਾਣ। ਬੜੀ ਭਾਰੀ ਮਹਿਮਾ ਹੈ ਉਹਨਾਂ ਦੀ। ਦਇਆ ਐਨ ਸੁਨ ਬੈਨ ਏ, ਜਦੋਂ ਇਹ ਭਾਈ ਬਾਲੇ ਦੇ ਮੁਖੋਂ ਬਚਨ ਸੁਣੇ ਦਇਆ ਦੇ ਘਰ ਗੁਰੂ ਅੰਗਦ ਦੇਵ ਜੀ ਨੇ ਕਿ ਇਹ ਭਾਈ ਬਾਲਾ ਜਿਹੜਾ ਨਾਲ ਰਿਹਾ ਹੈ, ਉਸ ਵੇਲੇ ਦੈਨ ਭਗਤ ਨਿਜ ਦਾਸ, ਆਪਣੇ ਭਗਤਾਂ ਗੁਰਸਿੱਖ ਨੂੰ, ਪ੍ਰੇਮੀ ਭਾਈ ਬਾਲੇ ਨੂੰ ਸ਼ਰਧਾ ਵਧਾਉਣ ਵਾਸਤੇ ਉੱਠ ਕਰ ਭੁਜ ਭਰ ਘਰ ਮਿਲੇ, ਛੇਤੀ ਦੇ ਨੇ ਸੱਤ ਨਹੀਂ ਉੱਠ ਕੇ ਨਾ ਸਿੰਘਾਸਣ ਤੋਂ ਥੱਲੇ ਉਤਰਿਆ ਏ। ਭਾਈ ਬਾਲੇ ਨੂੰ ਗਲਫੜੀ 'ਚ ਲੈ ਲਿਆ। ਮੇਰੇ ਬੀਠ ਲਾਲਾ ਬਾਹੜੀ ਬੁਲਾਏ, ਭਗਤ ਵੀ ਆਵਾਜ਼ਾਂ ਦਿੰਦੇ ਨੇ ਮੇਰੇ ਹੇ ਵਾਹਿਗੁਰੂ ਜਦ ਤੂੰ ਸਾਨੂੰ ਮਿਲੇ ਤਾਂ ਬਾਹਾਂ ਵਿੱਚ ਵੜ ਲਵੇਂ। ਫਿਰ ਸਾਨੂੰ ਆਨੰਦ ਆਉਂਦਾ ਹੈ।
ਸਤਿਗੁਰੂ ਜੀ ਨੇ ਗਲਫੜੀ ਪਾਲੀ ਭਾਈ ਵਾਲੇ ਨੂੰ, ਔਰ ਤਰ ਪਰਮ ਹੁਲਾਸ, ਹਿਰਦੇ 'ਚ ਬੜਾ ਉਤਸ਼ਾਹ ਧਾਰਿਆ। ਕਿਉ ਪਈ ਬੋਹਰ ਬਲੋਚਨ ਮੁਚਾ ਬਿਰਾਗਾ। ਉਸ ਵੇਲੇ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਜੋ ਮਿਲੇ ਨੇ, ਦੇਖੋ ਖੇਡ ਅਚਰਜ ਹੀ ਹੈ। ਨਾਲੇ ਗੁਰੂ ਨਾਨਕ ਦੇਵ ਜੀ ਉਹੀ ਜੋਤ ਹੈ, ਲੇਕਿਨ ਦੱਸ ਰਹੇ ਨੇ ਕਿ ਗੁਰੂ ਦਾ ਪਿਆਰ ਕਿੰਨਾ ਸਿੱਖ ਨਾਲ, ਔਰ ਸਿੱਖ ਦਾ ਗੁਰੂ ਨਾਲ ਕਿੰਨਾ ਪਿਆਰ ਪਰਸਪਰ। ਸੋ ਜਿਸ ਵੇਲੇ ਗਲਫੜੀ ਪਾਲੀ ਛੱਡੇ ਨਹੀਂ ਭਾਈ ਵਾਲਾ ਜੀ, ਨੇਤਰਾਂ 'ਚੋਂ ਅਥਰੂ ਚੱਲ ਪਏ ਗੁਰੂ ਅੰਗਦ ਦੇਵ ਜੀ ਦੇ। ਕਰ ਔਰ ਚਰਨਨ ਬਰ ਅਨਰਾਗਾ। ਬਹੁਤ ਹੀ ਸਤ ਸੰਗੀ ਭਾਈ ਵਾਲੇ ਨੇ ਵੀ ਪ੍ਰੇਮ ਧਾਰਿਆ ਹਿਰਦੇ ਦੇ ਅੰਦਰ, ਨਾਲੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਲਿਆ ਗੁਰੂ ਅੰਗਦ ਦੇਵ ਜੀ ਨੇ। ਧੀਰ ਨਾ ਧਰੇ ਅਦਕ ਬਰ ਅੰਸੂ। ਗਲਫੜੀ 'ਚੋਂ ਛੱਡਦੇ ਨਹੀਂ ਕਿ ਗੁਰਸਿੱਖਾ ਤੂੰ ਧੰਨ ਹੈ, ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦਾ ਰਿਹਾ ਤੂੰ। ਧੀਰਜ ਨਹੀਂ ਧਾਰਦੇ, ਅਥਰੂ ਡਿੱਗ ਰਹੇ ਨੇ ਗੁਰੂ ਅੰਗਦ ਦੇਵ ਜੀ ਦੇ ਅੱਖਾਂ 'ਚੋਂ। ਭਰਤ ਪ੍ਰੀਤ ਕੀ ਭਗਤ ਉਲਾਸੂ। ਜਿਉਂ ਭਾਈ ਜਿਹੜੀ ਪ੍ਰੀਤ ਹੈ ਨਾ, ਪ੍ਰੇਮਾ ਭਗਤੀ ਹੈ, ਇਹਦਾ ਉਤਸ਼ਾਹ ਅਚਰਜ ਹੀ ਹੈ ਭਗਤੀ ਦਾ। ਸਭ ਤਾਸਤ ਨਿਸਾ ਹੋਏ ਆਈ। ਉਸੇ ਵੇਲੇ ਬਚਨ ਵਿਲਾਸ ਕਰਦਿਆਂ ਹੋਇਆਂ ਭਾਈ ਵਾਲੇ ਦੇ ਨਾਲ ਗੁਰੂ ਅੰਗਦ ਦੇਵ ਜੀ ਦਿਨ ਛਿਪ ਚੱਲਿਆ। ਬਾਲਾ ਰਹਿਤ ਭਇਓ ਤੇ ਥਾਈ। ਭਾਈ ਵਾਲਾ ਜੀ ਉੱਥੇ ਹੀ ਰਹੇ। ਸਿੱਖ ਸੰਗਤ ਜਹ ਮਿਲ ਸਮੁਦਾਇਆ। ਕਿੱਥੇ ਰਹੇ, ਕੋਈ ਸਪੈਸ਼ਲ ਆਸਣ ਨਹੀਂ ਦਿੱਤੇ ਭਾਈ ਵਾਲਾ ਜੀ ਨੂੰ। ਜਿਹੜੀ ਧਰਮਸ਼ਾਲਾ ਸਿੱਖ ਸੰਗਤਾਂ ਰਹਿੰਦੀਆਂ ਸੀ, ਭੋਜਨ ਛਕ ਕੇ ਰਾਤ ਨੂੰ ਪੈਂਦੀਆਂ ਸੀ, ਕਹਾਂ ਬੈਸਿਓ ਸਭ ਹਿਨ ਮਨ ਪਾਇਆ। ਉੱਥੇ ਸੰਗਤਾਂ 'ਚ ਜਾ ਕੇ ਬੈਠ ਗਿਆ। ਸਾਰਿਆਂ ਦੇ ਮਨ 'ਚ ਭਾਈ ਵਾਲਾ ਜੀ ਪਿਆਰੇ ਲੱਗਦੇ ਨੇ। ਨਿਸਮੈ ਭਨ ਤਰਹਿ ਹੋ ਤਿਨ ਸਾਥਾ। ਰਾਤ ਨੂੰ ਜਿੰਨੀ ਸੰਗਤ ਸੀ ਧਰਮਸ਼ਾਲਾ 'ਚ ਵਿਰਾਜਣ ਵਾਲੀ, ਸਾਰਿਆਂ ਦੇ ਨਾਲ ਗੁਰੂ ਨਾਨਕ ਦੇਵ ਦੀਆਂ ਸਾਖੀਆਂ ਜਸ ਭਾਈ ਵਾਲਾ ਜੀ ਕਹਿੰਦੇ ਰਹੇ। ਸ੍ਰੀ ਨਾਨਕ ਕੀ ਸੁੰਦਰ ਗਾਥਾ। ਸੋਹਣੀਆਂ ਸੋਹਣੀਆਂ ਕਥਾ ਗੁਰੂ ਨਾਨਕ ਦੇਵ ਜੀ ਦੀਆਂ। ਅੰਗਦ ਮਗਨ ਲਗਿਓ ਮਨ ਧਿਆਨਾ। ਇੱਧਰ ਗੁਰੂ ਅੰਗਦ ਦੇਵ ਜੀ ਸਤ ਸੰਗੀ ਦੁਆਰਾ ਭਾਈ ਵਾਲਾ ਜੀ ਨੂੰ ਗਲਫੜੀ 'ਚੋਂ ਛੱਡ ਕੇ ਉਸੇ ਤਰ੍ਹਾਂ ਆਸਣ ਤੇ ਬੈਠ ਗਏ, ਔਰ ਗੁਰੂ ਨਾਨਕ ਦੇਵ ਜੀ ਦਾ ਧਿਆਨ ਹੋ ਵਿੱਚ ਬਸ ਗਿਆ। ਆਸਨ ਬੈਸਿਓ ਭਈ ਬਿਹਾਨਾ। ਸਾਰੀ ਰਾਤ ਆਸਣ ਤੇ ਬੈਠਿਆਂ ਦੀ ਬਤੀਤ ਹੋ ਗਈ ਗੁਰੂ ਨਾਨਕ ਦੇਵ ਜੀ ਦੇ ਧਿਆਨ ਵਿੱਚ। ਪੁਨ ਭੂਖਨ ਪ੍ਰਕਾਸ਼ਿਤ ਭਇਓ। ਜਦੋਂ ਪੈ ਪਾਟੀ ਤੜਕਾ ਹੋਇਆ, ਛੁਟੀ ਸਮਾਧ ਇਸ਼ਨਾਨ ਕੀਓ। ਸਤਿਗੁਰੂ ਜੀ ਨੇ ਉਸੇ ਤਰ੍ਹਾਂ ਹੀ ਉੱਠ ਕੇ ਇਸ਼ਨਾਨ ਕਰ ਲਿਆ। ਸਾਰੀ ਰਾਤ ਸੁੱਤੇ ਨਹੀਂ ਗੁਰੂ ਅੰਗਦ ਦੇਵ ਜੀ। ਵੈਸੇ ਬਹੁਰ ਬੁਲਾਇਓ ਬਾਲਾ। ਦਿਨ ਚੜ ਗਿਆ, ਦੀਵਾਨ ਸਜਣ ਦਾ ਟਾਈਮ ਹੋਇਆ। ਦੀਵਾਨ ਵਿੱਚ ਬੈਠ ਕੇ ਗੁਰੂ ਅੰਗਦ ਦੇਵ ਜੀ ਭਾਈ ਵਾਲੇ ਨੂੰ ਬੁਲਾਇਆ। ਬੰਦਨ ਕਰੀ ਆਨ ਤਤਕਾਲਾ। ਆਗਿਆ ਸੁਣ ਕੇ ਭਾਈ ਵਾਲੇ ਨੇ ਮੱਥਾ ਟੇਕਿਆ ਛੇਤੀ। ਦੋਹਰਾ ਗੁਰ ਅੰਗਦ ਸ਼੍ਰੀ ਮੁਖ ਕਹਿਓ। ਗੁਰੂ ਅੰਗਦ ਦੇਵ ਜੀ ਨੇ ਮੁਖੋਂ ਕਿਹਾ, ਸਭ ਇਤਿਹਾਸ ਸੁਣਾਓ। ਅੱਛਾ ਭਾਈ ਵਾਲਾ ਜੀ, ਧੰਨ ਹੈ ਤੇਰਾ ਜੀਵਨ, ਤੂੰ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਹਾ। ਸਾਨੂੰ ਤਾਂ ਪਿਛਲੀ ਆਜੂ ਵਿੱਚ ਹੀ ਦਰਸ਼ਨ ਹੋਏ ਉਹਨਾਂ ਦੇ। ਤੂੰ ਸਾਰੀ ਜ਼ਿੰਦਗੀ ਸਫਲੀ ਕਰ ਲਈ। ਸਤਿਗੁਰੂ ਜੀ ਦੀ ਕਥਾ ਸੁਣਾਓ ਗੁਰੂ ਨਾਨਕ ਦੇਵ ਜੀ ਦੀ। ਸ੍ਰੀ ਨਾਨਕ ਕੇ ਜਨਮ ਤੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਤੋਂ ਸਕਲ ਕਥਾ ਸਮਝਾਓ। ਸਾਰੀ ਕਥਾ ਸਾਨੂੰ ਸਮਝਾਓ, ਅਸੀਂ ਸੁਣਨੀ ਹੈ। ਕਿਉ ਪਈ ਬਾਲੇ ਗੁਰਪਤ ਗਿਰਾ ਉਚਾਰੀ। ਭਾਈ ਵਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਬਚਨ ਕਹੇ, ਜਨਮ ਕਥਾ ਅਨਜਾਨ ਅਗਾਰੀ। ਹੇ ਮਹਾਰਾਜ, ਮੈਂ ਸੱਚ ਦੱਸਦਾ, ਜਨਮ ਦੀ ਕਥਾ ਤੋਂ ਮੈਂ ਅਣਜਾਣ ਹਾਂ, ਕਿਉਂ 3 ਸਾਲ ਛੋਟਾ ਹਾਂ ਗੁਰੂ ਨਾਨਕ ਦੇਵ ਜੀ ਤੋਂ। ਜਨਮ ਕਥਾ ਅਨਜਾਨ ਅਗਾਰੀ। ਬਹੁਤ ਨੈਣ ਤੇ ਇਹ ਬਿਦ ਸੁਣੀ। ਬਹੁਤ ਸਾਰੇ ਲੋਕਾਂ ਤੋਂ ਮੈਂ ਜਿਵੇਂ ਸੁਣੀ ਆ ਨਾ, ਜਿਵੇਂ ਅਵਤਾਰ ਧਾਰਿਆ ਆਪ ਜੀ ਨੇ, ਦੇਵਤਿਆਂ ਨੇ ਆ ਕੇ ਫੁੱਲਾਂ ਦੀ ਵਰਖਾ ਕਰਨੀ, ਬਹੁਤ ਸਾਰੇ ਅਚਰਜ ਕੌਤਕ ਹੋਣੇ, ਹਰਦਿਆਲ ਪੋਤ ਨੇ ਆ ਕੇ ਦਰਸ਼ਨ ਕਰਕੇ ਮੱਥਾ ਟੇਕਣਾ, ਇਹ ਮੈਂ ਕਥਾ ਲੋਕਾਂ ਤੋਂ ਸੁਣੀ ਹੈ ਗੁਰੂ ਅੰਗਦ ਦੇਵ ਜੀ ਦੀ। ਸੋ ਤੁਮ ਪਾਸ ਬਖਾਨਤ ਗੁਨੀ। ਜੋ ਮੈਂ ਉੱਥੋਂ ਪਹਿਲਾਂ ਸੁਣੀ ਹੋਈ ਆ ਉਹ ਤੁਹਾਨੂੰ ਵਿਚਾਰ ਕੇ ਸੁਣਾਵਾਂਗਾ। ਗੁਰਜ ਮਾਸ ਕੀ ਪੂਰਨਮਾਸ਼ੀ। ਕੱਤਕ ਦੇ ਮਹੀਨੇ ਦੀ ਪੂਰਨਮਾਸ਼ੀ ਸੀ। ਦਿਨਸਤ ਸੰਪਤ ਨਛਤਰ 84। ਰੇਵਤੀ ਨਛੱਤਰ ਸੀ, 27ਵਾਂ ਚੰਦਰਮਾ ਦੇ ਪੱਖ ਨਾਲ। ਔਰ ਸੁਣੀ ਸੋ ਕਰੋ ਉਚਾਰੀ। ਹੋਰ ਜਿਵੇਂ ਕਥਾ ਸੁਣੀ ਆ ਉਹ ਉਚਾਰਦਾ ਹਾਂ। ਪਤਰੀ ਜਨਮ ਲਿਖੀ ਤੇ ਜਸਾਰੀ। ਉਸ ਵੇਲੇ ਹਰਦਿਆਲ ਪ੍ਰੋਤ ਨੂੰ ਬਾਬਾ ਕਾਲੂ ਜੀ ਨੇ ਬੁਲਾਇਆ ਹੈ। ਹਰਦਿਆਲ ਪ੍ਰੋਤ ਜੀ ਨੂੰ ਗਿਆਨ ਦਾ ਜਨੇਊ ਬਖਸ਼ਣਾ, ਉਸ ਨੇ ਮਹਾਰਾਜ ਦੀ ਜਨਮ ਪੱਤਰੀ ਬਣਾਈ। ਕਾਲੂ ਨਾਨਕ ਜਨਕ ਜਨੀਜੈ। ਇਸ ਵੇਲੇ ਨਨਕਾਣੇ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਪਿਤਾ ਜੋ ਬਾਬਾ ਕਾਲੂ ਜੀ ਸੀ, ਧਾਮ ਮਦ ਤੇ ਧਰੀ ਲਖੀਜੈ। ਉਹ ਜਨਮ ਪੱਤਰੀ ਗੁਰੂ ਨਾਨਕ ਦੇਵ ਜੀ ਉੱਥੇ ਘਰ ਹੋਵੇਗੀ ਨਨਕਾਣੇ ਸਾਹਿਬ। ਭਾਪਰ ਲੋਕ ਕਾਲ ਬਹੁ ਕਾਲਾ। ਬਹੁਤ ਸਮਾਂ ਬਤੀਤ ਹੋ ਗਿਆ। ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਬਾਬਾ ਕਾਲੂ ਜੀ
ਤ੍ਰਿਪਤਾ ਜੀ ਦੋਨੋਂ ਸਮਾ ਗਏ ਹਨ। ਜੀਵਤ ਨੋਜ ਨਾਮ ਤੇ ਲਾਲੂ ਬਾਬੇ ਕਾਲੂ ਜੀ ਦਾ ਛੋਟਾ ਭਰਾ ਲਾਲੂ ਬਿਰਧ ਅਵਸਥਾ ਉਹ ਜਿਉਂਦਾ ਹੈ। ਦੋਹਰਾ ਬ੍ਰਿਧ ਬੈਸ ਬਪ ਬਲ ਬਿਨਾ ਸਰੀਰ ਕਮਜ਼ੋਰ ਹੈ, ਬਿਰਧ ਅਵਸਥਾ ਹੈ ਬਾਬੇ ਲਾਲੂ ਦੀ। ਬੀਤੇ ਬਰਖ ਵਿਸਾਲ ਬਹੁਤ ਸਾਰੇ ਸਾਲ ਬਤੀਤ ਹੋ ਗਏ। ਤਲਵੰਡੀ ਮੈਂ ਸਦਨ ਤਿਸ ਰਾਏ ਭੋਏ ਦੀ ਤਲਵੰਡੀ 'ਚ ਘਰ ਹੈ। ਸੁਨੋ ਸ਼੍ਰੋਣ ਗੁਰਦਇਆਲ ਇਹ ਦਿਆਲੂ ਸਤਿਗੁਰੂ ਜੀ ਕੰਨਾਂ ਨਾਲ ਸੁਣੋ ਤੁਸੀਂ। ਚੌਪੇ ਸ਼੍ਰੀ ਅੰਗਦ ਸੁਨੋ ਔਰ ਬਹੁ ਹਰਖਾ ਗੁਰੂ ਅੰਗਦ ਦੇਵ ਜੀ ਬੜੇ ਖੁਸ਼ ਹੋਏ ਜਨਮ ਪੱਤਰੀ ਬਾਰੇ ਖਬਰ ਸੁਣ ਕੇ। ਪਰਮ ਪ੍ਰੇਮ ਜਿਉ ਜਲ ਤਰ ਬਰਖਾ ਜਿਵੇਂ ਬੜਾ ਭਾਰੀ ਪ੍ਰੇਮ ਦਾ ਉਛਾਲਾ ਆਇਆ, ਜਿਵੇਂ ਬੱਦਲ ਦੀ ਵਰਖਾ ਹੁੰਦੀ ਹੈ, ਐ ਪ੍ਰੇਮ ਨੇ ਉਛਾਲਾ ਦਿੱਤਾ ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ। ਬੋਲੇ ਗਿਰਾ ਰਸਾਲ ਕਿਰਪਾਲਾ ਕਿਰਪਾਲੂ ਸਤਿਗੁਰੂ ਜੀ ਬੜੀ ਸੋਹਣੀ ਬਾਣੀ ਬੋਲੇ। ਕਿਤ ਬਦਲੀ ਜੈ ਪਤਰੀ ਬਾਲਾ ਭਾਈ ਵਾਲਾ ਜੀ ਸਾਨੂੰ ਰਾਏ ਦੇ, ਗੁਰੂ ਨਾਨਕ ਦੇਵ ਦੀ ਜਨਮ ਪੱਤਰੀ ਕਿਵੇਂ ਪ੍ਰਾਪਤ ਹੋਵੇ, ਦਰਸ਼ਨ ਕਰੀਏ। ਐਸਾ ਕੌਣ ਮੀਤ ਸਿੱਖ ਹੋਈ ਇਹੋ ਜਿਹਾ ਸਾਡਾ ਮਿੱਤਰ ਪਿਆਰਾ ਸਿੱਖ ਕਿਹੜਾ ਹੈ ਪਤਰੀ ਕੋ ਦਰਸਾਵ ਹੈ ਜੋਈ ਜੋ ਗੁਰੂ ਨਾਨਕ ਦੇਵ ਦੀ ਜਨਮ ਪੱਤਰੀ ਦੇ ਦਰਸ਼ਨ ਕਰਾਵੇ ਸਾਨੂੰ। ਬਾਲਾ ਕਹੇ ਖੋਜ ਜੋ ਕੀਜੈ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੇ ਆਪਾਂ ਉੱਥੇ ਢੂੰਡੀਏ ਜਾ ਕੇ, ਸੋ ਨਿਹਚਰ ਪਤਰੀ ਕਰ ਲੀਜੈ। ਮੈਨੂੰ ਤਸੱਲੀ ਹੈ ਜ਼ਰੂਰ ਆਪਣੇ ਹੱਥ ਵਿੱਚ ਜਨਮ ਪੱਤਰੀ ਆ ਜਾਵੇਗੀ। ਲਾਲੂ ਆਲੇ ਮਿਲ ਕਰ ਤਾਸੂ ਜਾ ਕੇ ਬਾਬੇ ਲਾਲੂ ਨੂੰ ਮਿਲੀਏ ਜੋ ਮਹਾਰਾਜ ਦਾ ਚਾਚਾ ਗੁਰੂ ਨਾਨਕ ਦੇਵ ਜੀ ਦਾ। ਘਰੋਂ ਢੂੰਡ ਕਰੀਏ ਜਨਮ ਪੱਤਰੀ ਦੀ। ਕੁਝ ਬਾਵ ਹੈ ਜਬ ਤੇ ਇੱਕ ਪਾਸੂ ਜਦੋਂ ਉਹਦੇ ਕੋਲੋਂ ਕਾਗਜ਼ਾਂ ਵਿੱਚੋਂ ਟੋਲਾਂਗੇ ਤੋ ਕਰ ਆਵੇ ਪਠਵੋ ਕੋਈ ਫਿਰ ਜ਼ਰੂਰ ਆਪਣੇ ਹੱਥ ਲੱਗ ਜਾਵੇਗੀ ਜਨਮ ਪੱਤਰੀ। ਫਿਰ ਤੁਸੀਂ ਉਸ ਨੂੰ ਪੜ੍ਹਾ ਲਿਓ, ਫੇਰੋ ਪੂਰ ਮਨੋਰਥ ਹੋਈ ਸਾਰੇ ਸੰਕਲਪ ਪੂਰੇ ਹੋ ਜਾਣਗੇ। ਦੋਹਰਾ ਸ਼੍ਰੀ ਅੰਗਦ ਭਾਖੀ ਗਿਰਾ ਸਾਧ ਸੰਗਤ ਜੀ ਉਸ ਵੇਲੇ ਗੁਰੂ ਅੰਗਦ ਦੇਵ ਜੀ ਨੇ ਕਿਹਾ, ਹੋਵੇ ਤੁਮ ਤੇ ਕਾਮ ਭਾਈ ਵਾਲਾ ਜੀ ਫਿਰ ਕਰੂਗਾ ਕੌਣ, ਤੇਰੇ ਕੋਲ ਹੀ ਇਹ ਕੰਮ ਹੋ ਸਕਦਾ ਹੈ, ਤੂੰ ਹੀ ਇਹ ਸੇਵਾ ਨੂੰ ਕਰ। ਆਹੇ ਨਗਰ ਮੈਂ ਰਹਿਤ ਹੋ ਤੂੰ ਉਸ ਨਨਕਾਣੇ ਸਾਹਿਬ ਵਿੱਚ ਰਹਿੰਦਾ ਹੈ, ਜਵਾਬ ਹੋ ਤੇ ਧਾਮ ਤੂੰ ਜਾ ਕੇ ਚਾਚੇ ਲਾਲੂ ਨੂੰ ਮਿਲ, ਉਹਦੇ ਘਰੋਂ ਜਿੱਥੇ ਬਾਬਾ ਕਾਲੂ ਜੀ ਦੇ ਪਟਵਾਰ ਦੇ ਕਾਗਜ਼ ਨੇ ਨਾ ਬਹੁਤੇ ਸਾਰੇ ਢੇਰ ਲੱਗਿਆ, ਉਹਦੇ ਵਿੱਚੋਂ ਢੂੰਡੋ ਜਾ ਕੇ। ਚੌਪਈ ਕਹਿ ਬਾਲਾ ਮੁਖ ਸਸੈ ਸੁਦਾਸੀ ਚੰਦਰਮਾ ਵਰਗਾ ਮੁੱਖ ਹੈ ਭਾਈ ਵਾਲਾ ਜੀ ਦਾ, ਸੁਭਾਏਮਾਨ ਸ਼ਾਂਤਮਈ ਜਿਵੇਂ ਕਿਰਨਾਂ ਨੇ ਚੰਦਰਮਾ ਦੀਆਂ, ਐ ਸੋਹਣੀ ਬਾਣੀ ਬੋਲਿਆ। ਸ਼੍ਰੀ ਅੰਗਦ ਸੁਣੀਐ ਸੁਖ ਰਾਸੀ ਇਹ ਸੁੱਖਾਂ ਦੀ ਪੂੰਜੀ ਗੁਰੂ ਅੰਗਦ ਦੇਵ ਜੀ ਸੁਣੋ। ਇੱਕ ਸਿੱਖ ਦੀਜੈ ਮੁਝ ਸਾਥੂ ਮੈਨੂੰ ਇਕੱਲੇ ਨੂੰ ਨਾ ਭੇਜੋ, ਆਪ ਦੇ ਕੋਲੋਂ ਵੀ ਇੱਕ ਸਿੱਖ ਨੂੰ ਮੇਰੇ ਨਾਲ ਭੇਜ ਦਿਓ। ਜਾਵਹਿ ਜਸ ਪਦ ਦੀਨਾ ਨਾਥੂ ਇਹ ਸੱਚੇ ਪਾਤਸ਼ਾਹ ਗਰੀਬਾਂ ਦੇ ਸੁਆਮੀ, ਅਸੀਂ ਛੇਤੀ ਜਾਈਏ। ਲਾਲੂ ਆਲੇ ਲਹਿ ਚੁਲਾਈ ਬਾਬਾ ਲਾਲੂ ਜੀ ਦੇ ਪਾਸ ਘਰ ਜਾਵਾਂਗੇ, ਉੱਥੇ ਉਹਦੇ ਕੋਲ ਟੁਲਾਵਾਂਗੇ। ਆਨੇਗੇ ਹਮ ਜੇ ਤਹ ਪਾਈ ਜੇ ਸਾਨੂੰ ਜਨਮ ਪੱਤਰੀ ਮਿਲ ਗਈ ਲੈ ਕੇ ਆਵਾਂਗੇ ਖੰਡੂਰ ਸਾਹਿਬ। ਗੁਰ ਪ੍ਰਸਿੱਧੇ ਬਾਲੇ ਪਰਤਬ ਸਤਿਗੁਰੂ ਅੰਗਦ ਦੇਵ ਜੀ ਬਹੁਤ ਖੁਸ਼ ਹੋਏ ਰਹਿ ਸੁਣ ਕੇ ਭਾਈ ਵਾਲਾ ਜੀ ਤੋਂ। ਚਿਤ ਕਰਤਾਰ ਨਾ ਬਿਸਰੇ ਔਰ ਕਬ ਐਦੂ ਵੱਡੀ ਆਸ਼ੀਰਵਾਦ ਹੋਰ ਸੱਚ ਦੀ ਕੋਈ ਪਰੇ ਨਹੀਂ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ ਭਾਈ ਵਾਲਾ ਜੀ ਤੇਰੇ ਹਿਰਦੇ ਚੋਂ ਕਰਤਾ ਪੁਰਖ ਦਾ ਨਾਂ ਕਦੇ ਵੀ ਨਾ ਭੁੱਲੇ, ਇਹ ਆਸ਼ੀਰਵਾਦ ਦਿੱਤੀ। ਲਾਲਾ ਪੰਨੂ ਸਿੱਖ ਸਦਾਇਆ ਇੱਕ ਪੰਨੂ ਗੋਤ ਦਾ ਸਤ ਸੰਗ ਜੀ ਸਿੱਖ ਸੀ ਭਾਈ ਲਾਲਾ, ਉਹਨੂੰ ਬੁਲਾਇਆ। ਸ੍ਰੀ ਮੁਖ ਤੇ ਵਾਕ ਅਲਾਇਆ ਸੱਚੇ ਪਾਤਸ਼ਾਹ ਨੇ ਮੁਖੋਂ ਗੁਰੂ ਅੰਗਦ ਦੇਵ ਜੀ ਨੇ ਬਚਨ ਕਹੇ ਲਾਲੇ ਨੂੰ, ਗੁਰ ਸਿੱਖੀ ਤੁਮ ਮਹਿ ਅਦਕਾਈ ਹੇ ਭਾਈ ਲਾਲੇ ਤੇਰੇ ਅੰਦਰ ਗੁਰਸਿੱਖੀ ਭਰਪੂਰ ਹੈ। ਜਿਵ ਸਾਬ ਤਨ ਸਰਤਾ ਬਹੁਤਾਈ ਜਿਵੇਂ ਸੌਣ ਦੇ ਮਹੀਨੇ ਨਦੀਆਂ ਭਰ ਕੇ ਚੱਲਦੀਆਂ ਪਾਣੀ ਦੀਆਂ, ਐ ਤੇਰੇ ਅੰਦਰ ਸ਼ਰਧਾ ਭਾਵਨਾ ਵਾਲੀ ਸਿੱਖੀ ਭਰਪੂਰ ਹੈ। ਦੋਹਰਾ ਬਾਲੇ ਸੰਗ ਜਈਏ ਤਹਾਂ ਭਾਈ ਲਾਲਾ ਤੂੰ ਭਾਈ ਬਾਲੇ ਦੇ ਨਾਲ ਜਾਹ ਨਨਕਾਣੇ ਸਾਹਿਬ ਨੂੰ, ਜੈ ਜਨਮਿਓ ਮਮਨਾਥ ਜਿੱਥੇ ਮੇਰੇ ਸੁਆਮੀ ਨਿਰੰਕਾਰ ਰੂਪ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਜਿਹੜੀ ਭੂਮੀ ਤੇ, ਪਤਰੀ ਕੋ ਅਨਕੈ ਉੱਥੋਂ ਜਨਮ ਪੱਤਰੀ ਲੈ ਕੇ ਆਓ। ਤੀਜੈ ਜਨਮ ਸਕਾਥ ਇਹ ਭਾਈ ਲਾਲੇ ਤੂੰ ਵੀ ਜਨਮ ਸਫਲਾ ਕਰ ਲੈ, ਗੁਰੂ ਅੰਗਦ ਦੇਵ ਜੀ ਕਹਿੰਦੇ। ਚੌਪੇ ਸੁਨ ਸ਼ਰੁਤ ਬਚਨ ਸਮਾਤ ਨਾ ਅੰਗਾ ਜਿਸ ਵੇਲੇ ਗੁਰੂ ਸਾਹਿਬ ਦਾ ਹੁਕਮ ਹੋਇਆ ਭਾਈ ਲਾਲੇ ਨੂੰ, ਧੰਨਵਾਦ ਆਪਣੇ ਆਪ ਨੂੰ ਸਤ ਸੰਗਤ ਜੀ ਕਹਿੰਦਾ ਵੀ ਮੇਰੇ ਚੰਗੇ ਭਾਗ ਨੇ, ਅੱਜ ਮੈਨੂੰ ਸੇਵਾ ਬਖਸ਼ ਰਹੇ ਨੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ। ਭਇਓ ਤਿਆਰ ਚੱਲਣ ਕੋ ਸੰਗਾ ਛੇਤੀ ਜਣੇ ਭਾਈ ਵਾਲੇ ਦੇ ਨਾਲ ਚੱਲਣ ਨੂੰ ਤਿਆਰ ਹੋਇਆ ਲਾਲਾ ਪੰਨੂ। ਧਨ ਭਾਗ ਆਪਣੇ ਕਰ ਜਾਣੇ ਆਪਣੇ ਚੰਗੇ ਭਾਗ ਸਮਝੇ ਪਤਰੀ ਨਾਨਕ ਦਰਸ਼ਨ ਮਾਨੇ ਕਿ ਨਾਲੇ ਮਹਾਰਾਜ ਦੀ ਆਗਿਆ ਦਾ ਪਾਲਨ ਹੋਵੇਗਾ, ਨਾਲੇ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਦਰਸ਼ਨ ਕਰੂੰ ਜੋ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਹੈ। ਵੰਦਨ ਕਰ ਸੁਨ ਸਤ ਕਰਤਾਰ ਸੱਚੇ ਪਾਤਸ਼ਾਹ ਕੋਲ ਸਤਿ ਕਰਤਾਰ ਦਾ ਆਸ਼ੀਰਵਾਦ ਲੈ ਕੇ
ਮੱਥਾ ਟੇਕ ਕੇ ਚੱਲ ਪਏ। ਜਲਦ ਪੈ ਨਾਨਕ ਔਰ ਧਾਰ ਸਤਿਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਚੱਲ ਪਏ। ਮਗ ਭੈ ਮਹਿਮਾ ਅਮੀ ਪਟੰਤਰ ਰਾਹ ਵਿੱਚ ਭਾਈ ਬਾਲਾ ਤੇ ਲਾਲਾ ਪੰਨੂ ਅੰਮ੍ਰਿਤ ਵਰਗੀ ਗੁਰੂ ਕੀ ਮਹਿਮਾ ਜਸ ਵਡਿਆਈ ਕਰਦੇ ਜਾਂਦੇ ਹਨ। ਕਹਿਤ ਸੁਨਤ ਜੁਗ ਚਲਤ ਨਿਰੰਤਰ ਇੱਕ ਰਸ ਚਲੇ ਜਾ ਰਹੇ ਨੇ ਲਗਾਤਾਰ ਨਨਕਾਣੇ ਸਾਹਿਬ ਨੂੰ ਦੋਨੋਂ। ਪਹੁੰਚੇ ਜਬ ਤਲਵੰਡੀ ਜਾਏ ਜਦੋਂ ਰਾਏ ਭੋਏ ਦੀ ਤਲਵੰਡੀ ਨਨਕਾਣੇ ਸਾਹਿਬ ਦੋਨੋਂ ਸਿੱਖ ਪਹੁੰਚੇ, ਲਾਲੂ ਵਾਲੇ ਮਿਲ ਆਏ ਸਿੱਧੇ ਮਿਲ ਕੇ ਸਤ ਸੰਗਤ ਜੀ ਬਾਬਾ ਲਾਲੂ ਦੇ ਪਾਸ ਪਹੁੰਚੇ ਹਨ। ਕਰ ਬੰਧਨ ਪੁਨ ਬਚਨ ਉਚਾਰਾ ਬਜ਼ੁਰਗ ਸੀ ਗੁਰੂ ਨਾਨਕ ਦੇਵ ਜੀ ਦੇ ਚਾਚੇ, ਮੱਥਾ ਟੇਕ ਕੇ ਬਚਨ ਕਹੇ। ਸੁਨ ਲਾਲੂ ਇੱਕ ਪਰ ਉਪਕਾਰਾ ਬਾਬਾ ਲਾਲੂ ਭਾਈ ਬਾਲਾ ਜੀ ਕਹਿੰਦੇ ਇੱਕ ਪਰਉਪਕਾਰ ਹੈ, ਤੇਰੇ ਗੋਚਰ ਹੈ, ਤੇਰੇ ਕੋਲੇ ਬੇਨਤੀ ਕਰਨ ਆਏ ਹਾਂ। ਦੋਹਰਾ ਸੋਧਿਓ ਹਮ ਜੋ ਗੁਰ ਭਇਓ ਅਸੀਂ ਸੋਧ ਲਿਆ, ਭਾਈ ਬਾਲਾ ਜੀ ਕਹਿੰਦੇ ਵਿਚਾਰ ਲਿਆ, ਜੋ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਬਣੇ ਹਨ। ਅੰਗਦ ਪਰਮ ਨਿਧਾਨ ਬੜੇ ਭਾਰੀ ਨਿਧਾਂ ਦੇ ਮਾਲਕ ਗੁਰੂ ਅੰਗਦ ਦੇਵ ਜੀ ਹਨ। ਸ੍ਰੀ ਨਾਨਕ ਪੁਨ ਤਿਨ ਵਿਖੈ ਗੁਰੂ ਨਾਨਕ ਦੇਵ ਜੀ ਦੇ ਤੇ ਗੁਰੂ ਅੰਗਦ ਦੇਵ ਜੀ ਵਿੱਚ ਭੇਦ ਨ ਕੋ ਜਾਨ ਕੋਈ ਭੇਦ ਫਰਕ ਨਹੀਂ ਹੈ, ਉਹੀ ਰੂਪ ਹਨ। ਭਾਈ ਬਾਲਾ ਜੀ ਕਹਿੰਦੇ ਚੌਪਈ ਦੀਨੀ ਅੰਗਦ ਕੋ ਗੁਰਿਆਈ ਗੁਰਤਾ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ। ਜਨ ਪੱਤਰੀ ਤੁਮ ਸੋ ਮਗਵਾਈ ਉਹਨਾਂ ਨੇ ਤੁਹਾਡੇ ਕੋਲੋਂ ਗੁਰੂ ਨਾਨਕ ਦੇਵ ਦੀ ਜਨਮ ਪੱਤਰੀ ਮੰਗਵਾਈ ਹੈ। ਲਾਲਸ ਹੇਰਨ ਤਾਸ ਵਿਸਾਲਾ ਉਹਨਾਂ ਨੂੰ ਬਹੁਤ ਹੀ ਦਰਸ਼ਨ ਕਰਨ ਦੀ ਜਨਮ ਪੱਤਰੀ ਦੇ ਇੱਛਾ ਹੈ। ਸੁਨ ਕਰ ਸਿਖ ਬੈਠਿਓ ਤਤਕਾਲਾ ਸੁਣ ਕਰਕੇ ਸਤ ਸੰਗਤ ਜੀ ਛੇਤੀ ਦੇਣੇ ਬੈਠ ਗਏ। ਸੁਨ ਕਰ ਸਿਖ ਪਠਿਓ ਤਤਕਾਲਾ ਮਹਾਰਾਜ ਜੀ ਨੂੰ ਜਦੋਂ ਪਤਾ ਲੱਗਿਆ ਗੁਰੂ ਅੰਗਦ ਦੇਵ ਜੀ ਨੂੰ ਕਿ ਜਨਮ ਪੱਤਰੀ ਨਨਕਾਣੇ ਸਾਹਿਬ ਹੈ, ਇਹ ਮੇਰੇ ਕੋਲੋਂ ਬਚਨ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਹੇ ਲਾਲੂ ਜੀ, ਆ ਸਿੱਖ ਭੇਜਿਆ ਮੇਰੇ ਨਾਲ ਲਾਲਾ। ਲਾਲੂ ਕਹੇ ਨਾ ਮੁਝ ਸੁਧ ਕੋ ਲਾਲੂ ਕਹਿਣ ਲੱਗਾ ਹੇ ਭਾਈ ਬਾਲਾ ਜੀ, ਮੈਨੂੰ ਤਾਂ ਪਤਾ ਨਹੀਂ ਕਿੱਥੇ ਆ ਜਨਮ ਪੱਤਰੀ। ਭਵ ਪੱਤਰੀ ਤੁਮ ਜਾਚਿਤ ਜੋ ਤੁਸੀਂ ਗੁਰੂ ਨਾਨਕ ਦੇਵ ਦੀ ਜਨਮ ਪੱਤਰੀ ਮੰਗਦੇ ਹੋ, ਨਾਨਕੇ ਤੁਮ ਬਹੁਤ ਪਿਆਰੇ ਇਹ ਭਾਈ ਬਾਲੇ ਤੂੰ ਸਾਰੀ ਜ਼ਿੰਦਗੀ ਮੇਰੇ ਭਤੀਜੇ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ, ਉਹਨਾਂ ਨਾਲ ਬਹੁਤ ਪਿਆਰ ਹੈ ਤੇਰਾ। ਹਮ ਸੋ ਕਹੋ ਸਭ ਭੇਦ ਉਚਾਰੇ ਮੈਨੂੰ ਪਹਿਲਾਂ ਇੱਕ ਭੇਦ ਦੱਸੋ ਚਾਰ ਕੇ। ਗੁਰੂ ਅੰਗਦ ਹੈ ਕਿ ਸ਼੍ਰੀ ਚੰਦ ਮੇਰਾ ਪੋਤਾ ਸ੍ਰੀ ਚੰਦ ਗੁਰੂ ਬਣਿਆ ਜਾਂ ਗੁਰੂ ਅੰਗਦ ਦੇਵ ਜੀ ਗੁਰੂ ਨੇ, ਇਹ ਦੱਸ ਮੈਨੂੰ। ਮੰਜੀ ਕੇ ਢਿਗ ਆਨੰਦ ਕੰਦ ਆਨੰਦ ਦੇ ਦਾਤੇ ਗੁਰੂ ਨਾਨਕ ਦੇਵ ਜਿਹੜੀ ਮੰਜੀ ਹੈ, ਇਹ ਕਿਹਦੇ ਕੋਲੇ ਹੈ? ਸਾਧ ਸੰਗਤ ਜੀ, ਤਖਤ ਛੇਵੇਂ ਪਾਤਸ਼ਾਹ ਜੀ ਨੇ ਸੁਭਾਏਮਾਨ ਕੀਤਾ ਹੈ। ਪਹਿਲਾਂ ਗੁਰਤਾ ਗੱਦੀ ਦੀ ਮੰਜੀ ਹੋਇਆ ਕਰਦੀ ਸੀ, ਸ਼ਾਂਤ ਰੂਪ ਰਹੇ ਗੁਰੂ ਅਰਜਨ ਦੇਵ ਜੀ ਤੱਕ। ਉਸ ਤੋਂ ਬਾਅਦ ਹਰ ਸੱਚੇ ਤਖਤ ਰਚਾਇਆ, ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵੀ ਸਿੱਧਾ ਖੇਲਾ। ਐਸੇ ਸਤਿਗੁਰੂ ਜੀ ਨੇ ਸਤ ਸੰਗਤ ਜੀ ਸਾਧ ਸੰਗਤ ਸਥਾਨ ਹੈ ਜਿਹੜਾ, ਇਹ ਤਖਤ ਬਣਾ ਦਿੱਤਾ ਹੈ। ਐਵੇਂ ਨਹੀਂ ਤੁਹਾਨੂੰ ਪਾਤਸ਼ਾਹੀਆਂ ਦਿੱਤੀਆਂ, ਇਹ ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਰ ਭਾਨ ਕਰਨ ਠਰੂਰ ਹੈ। ਤਖਤਾਂ ਤੇ ਜਾ ਕੇ ਬੜੇ ਬੜੇ ਲੋਕ ਬਹਿੰਦੇ, ਤਖਤਾਂ ਦੀ ਇੱਛਾ ਰੱਖਦੇ ਕਿ ਅਸੀਂ ਮੱਲੀਏ, ਉਹਨਾਂ ਨੂੰ ਉਹ ਸ਼ਾਂਤੀ ਨਹੀਂ ਆਉਂਦੀ ਜਿਹੜੀ ਸ਼ਾਂਤੀ ਤੁਹਾਨੂੰ ਇੱਥੇ ਸਤ ਸੰਗਤ 'ਚ ਬੈਠ ਕੇ ਹੈ। ਸੋ ਆਪ ਜੀ ਸਤ ਸੰਗਤ ਜੀ ਦੱਸ ਰਹੇ ਨੇ ਭਾਈ ਬਾਲਾ ਜੀ ਕਿ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਮੰਜੀ ਦੇ ਮਾਲਕ ਗੁਰੂ ਅੰਗਦ ਦੇਵ ਜੀ ਹਨ। ਸੋਤਨੇ ਲਈ ਕੇ ਸੇਵਕ ਪਾਈ ਪੁੱਛਦਾ ਹੈ ਬਾਬਾ ਲਾਲੂ ਗੁਰੂ ਨਾਨਕ ਦੇਵ ਜੀ ਦਾ ਚਾਚਾ ਕਿ ਗੁਰਤਾ ਗੱਦੀ ਦੀ ਜਿਹੜੀ ਮੰਜੀ ਹੈ, ਉਹ ਪੁੱਤਰ ਸ੍ਰੀ ਚੰਦ ਨੇ ਲਈ ਹੈ ਜਾਂ ਸੇਵਕ ਨੂੰ ਪ੍ਰਾਪਤ ਹੋਈ ਹੈ? ਤਖਤ ਬੈਸ ਕਿਸ ਗੁਰਤਾ ਆਈ ਜਿਹਨੇ ਤਖਤ ਤੇ ਬੈਠ ਕੇ ਗੁਰਤਾ ਗੱਦੀ ਲਈ ਹੈ। ਦੋਹਰਾ ਕਹਿ ਬਾਲਾ ਅੰਗਦ ਗੁਰੂ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ, ਜੈ ਸ਼੍ਰੀ ਨਾਨਕ ਆਪ ਜੋ ਗੁਰੂ ਨਾਨਕ ਦੇਵ ਜੀ ਆਪ ਹੀ ਰੂਪ ਧਾਰਿਆ ਦੂਜਾ। ਪੈਸੇ ਪੰਚ ਨਲੇਰ ਧਰ ਜਦੋਂ ਸਤ ਸੰਗਤ ਜੀ ਭਾਈ ਬਾਲਾ ਤੋਂ ਸੁਣਿਆ ਕਿ ਗੁਰੂ ਅੰਗਦ ਦੇਵ ਜੀ ਹਨ, ਈਰਖਾ ਨਹੀਂ ਮਨ ਵਿੱਚ ਆਈ ਚਾਚੇ ਲਾਲੂ ਦੇ ਕਿ ਮੇਰਾ ਪੋਤਾ ਸ੍ਰੀ ਚੰਦ ਚਾਹੀਦਾ ਹੈ, ਉਹਦਾ ਹੱਕ ਹੈ। ਐ ਕੋਈ ਫੁਰਨਾ ਨਹੀਂ ਫੁਰਿਆ। ਜਦ ਹੀ ਸਤ ਸੰਗਤ ਇੱਕ ਨਾਰੀਅਲ 5 ਪੈਸੇ ਲੈ ਕੇ ਚਾਚੇ ਲਾਲੂ ਨੇ ਸਿਰ ਨਵਾਏ ਦੀਏ ਥਾਪ ਔਰ ਮੱਥਾ ਟੇਕ ਕੇ ਭਾਈ ਲਾਲੂ ਸਤ ਸੰਗਤ ਧਿਆਨ ਦੇ ਨਾਲ ਭਾਈ ਬਾਲੇ ਦੀ ਝੋਲੀ ਚ ਪਾਤੇ ਕਿ ਮੇਰੇ ਵੱਲੋਂ ਵੀ ਖਡੂਰ ਸਾਹਿਬ ਉਹਨਾਂ ਨੂੰ ਮੱਥਾ ਟੇਕ ਦਿਓ। ਚੌਪਈ ਤਿਨ ਕੀ ਸਮਤਾ ਹੋਵੇ ਕੈਸੇ ਉਹਨਾਂ ਦੀ ਬਰਾਬਰੀ ਕਿਵੇਂ ਹੋ ਸਕਦੀ ਹੈ? ਥਾਪਿਓ ਗੁਰੂ ਨਾਨਕ ਜਬ ਐਸੇ ਜੋ ਗੁਰੂ ਨਾਨਕ ਦੇਵ ਜੀ ਨੇ ਆਪ ਥਾਪ ਦਿੱਤੇ ਆਪਦੇ ਹੁੰਦਿਆਂ, ਉਹਨਾਂ ਦੇ ਤੁੱਲ ਹੋਰ ਕੋਈ ਨਹੀਂ। ਖੋਜ ਲਿਓ ਹਮ ਗੁਰਮਤਿ ਧੀਰਾ ਭਾਈ ਬਾਲਾ ਜੀ ਕਹਿੰਦੇ ਅਸੀਂ ਖੋਜ ਲਏ ਨੇ, ਬੜੀ ਗੁਰਮਤ ਨੂੰ ਦ੍ਰਿੜ ਰੱਖਣ ਵਾਲੇ ਧੀਰਜ ਵਾਲੇ ਹਨ। ਜੋ ਖਨਵਾਰੀ ਪਾਵੈ ਹੀਰਾ ਜਿਵੇਂ ਹੀਰੇ ਦੀ ਜਿਹੜੀ ਪਰਖ ਹੈ ਉਹ ਜੌਹਰੀਆਂ ਨੂੰ ਹੁੰਦੀ ਹੈ, ਦੂਸਰਿਆਂ ਨੂੰ ਨਹੀਂ।
ਐ ਅਸੀਂ ਭਾਲੇ ਹਨ ਗੁਰੂ ਅੰਗਦ ਦੇਵ ਜੀ। ਸ੍ਰੀ ਚੰਦ ਗੁਰ ਸੰਤਤ ਜਾਣੇ, ਸ੍ਰੀ ਚੰਦ ਨੂੰ ਗੁਰੂ ਕੀ ਬਾਤ ਸਮਝਿਆ ਜਾਵੇਗਾ। ਮਨ ਹੈ ਮਾਨਵ ਮਨ ਅਨਮਾਨੇ, ਇਹ ਕੋਈ ਕਮੀ ਨਹੀਂ ਰਹੇਗੀ ਬੇਦੀਆਂ ਦੀ ਕੁੱਲ ਵਿੱਚ ਵੀ, ਸਾਰੇ ਲੋਕ ਮੰਨਿਆ ਕਰਨਗੇ। ਜਦੋਂ ਸਤਸੰਗ ਜੀ ਆਪ ਜੋਤੀ ਜੋਤ ਸਮਾਉਣ ਲੱਗੇ, ਪਹਿਲਾਂ ਕਹਿ ਦਿੱਤਾ ਗੁਰੂ ਨਾਨਕ ਦੇਵ ਜੀ ਨੇ, ਮਾਤਾ ਸੁਲੱਖਣੀ ਆਈ ਫਟਾਫਟ, ਕਹਿਣ ਲੱਗੀ ਹੈ ਪਤੀ ਦੇਵ, ਗੁਰਤਾ ਗੱਦੀ ਤਾਂ ਸੇਵਕ ਨੂੰ ਦੇ ਦਿੱਤੀ, ਆ ਬੱਚੇ ਭੁੱਖੇ ਮਰਨਗੇ। ਮਹਾਰਾਜ ਕਹਿਣ ਲੱਗੇ ਵਿਰਾਗ ਨਾ ਕਰ ਸੁਲੱਖਣੀ, ਗੁਰੂ ਘਰ ਦੇ ਤਾਂ ਕੁੱਤਿਆਂ ਨੂੰ ਵੀ ਦੁਨੀਆ ਪੂਜਿਆ ਕਰੇਗੀ, ਇਹ ਤਾਂ ਤੇਰੇ ਬਾਲਕ ਹਨ, ਇਹ ਤਾਂ ਸਾਡੀ ਹੰਸ ਤੋਂ ਨੇ। ਗੁਰੂ ਘਰ ਦੇ ਤਾਂ ਜਿਹੜੇ ਕੂਕਰ ਹੋਇਆ ਕਰਨਗੇ, ਉਹਨਾਂ ਦੇ ਮਗਰ ਵੀ ਸੰਗਤਾਂ ਲੱਗੀਆਂ ਫਿਰਿਆ ਕਰਨਗੀਆਂ, ਐਡਾ ਪ੍ਰਤਾਪ ਹੋਵੇਗਾ ਗੁਰੂ ਨਾਨਕ ਦੇਵ ਜੀ ਦੇ ਘਰ ਦਾ। ਸੋ ਸਾਧ ਸੰਗਤ ਜੀ, ਬਾਬਾ ਸ੍ਰੀ ਚੰਦ ਤੋਂ ਉਦਾਸੀਨ ਭੇਖ ਚੜਨਾ, ਬੜੀਆਂ ਧੁੰਮਾਂ ਪਾ ਦਿੱਤੀਆਂ, ਵਿਦਵਾਨ ਸਾਧੂ ਹੋਏ, ਸਮੇਂ ਦੇ ਫੇਰ ਨਾਲ ਸਾਧੂ ਭਾਈ ਉੱਤੋਂ ਤਾਂ ਉਤਰਿਆ ਨਹੀਂ ਕਰਦੇ। ਇਹਨਾਂ ਗ੍ਰਸਤੀਆਂ ਦੇ ਘਰਾਂ 'ਚ ਵੀ ਬੱਚੇ ਉੱਠ ਕੇ ਜਾਂਦੇ ਹਨ। ਗ੍ਰਸਤੀ ਦਾ ਪਰਮ ਧਰਮ ਹੈ, ਉਹ ਧਰਮੀ ਰਹੇ, ਜਿਸ ਕਰਕੇ ਬੱਚਿਆਂ ਦੇ ਅੰਦਰ ਧਰਮ ਦ੍ਰਿੜ ਹੋਵੇ। ਜੇ ਗ੍ਰਸਤੀ ਸ਼ਰਾਬੀ ਕਬਾਬੀ ਹੈ, ਮਾਈਆਂ ਹੀ ਸ਼ਰਾਬ ਪੀਣ ਲੱਗੀਆਂ ਵਰਤਮਾਨ ਸਮੇਂ 'ਚ, ਉੱਥੇ ਭਾਈ ਭਗਤ ਕਿਵੇਂ ਜਨਮ ਲਏਗਾ ਕੁੱਖ ਤੋਂ। ਸੋ ਸਤ ਸੰਗਤ ਜੀ, ਆਪ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਕਿ ਸ੍ਰੀ ਚੰਦ ਹੈ ਜਿਹੜਾ, ਇਸੇ ਤਰ੍ਹਾਂ ਲਖਮੀ ਚੰਦ ਹੈ, ਇਹ ਭੁੱਖੇ ਨਹੀਂ ਮਰਦੇ, ਚਿੰਤਾ ਨਾ ਕਰੀ। ਸੋ ਸਤ ਸੰਗਤ ਜੀ, ਸ੍ਰੀ ਚੰਦ ਤੋਂ ਉਦਾਸੀਨ ਭੇਖ ਚੱਲਿਆ। ਬੜੇ ਬੜੇ ਸਾਧੂਆਂ ਨੇ, ਬਲਖੰਡੀ ਦਾਸ, ਸੰਤੋਖ ਦਾਸ, ਪ੍ਰੀਤਮ ਦਾਸ, ਬੜੇ ਬੜੇ ਸਾਧੂ ਕਿੰਨੇ ਕਹਿ ਦਈਏ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਨੇ ਪ੍ਰਾਗਰਾਜ ਤੀਰਥਾਂ ਤੇ ਧੁੰਮਾਂ ਪਾ ਕੇ ਰੱਖ ਦਿੱਤੀਆਂ। ਜਿੰਨੇ ਸੰਨਿਆਸੀ ਬਰਾਗੀ ਸਾਧੂ ਸਨ, ਸੋਚਦੇ ਸੀ ਕਿ ਅਸੀਂ ਸਤਜੁਗ ਤ੍ਰੇਤੇ ਤੋਂ ਚਲੇ ਆ ਰਹੀਆਂ ਸਾਡੀਆਂ ਸੰਪਰਦਾਂ, ਇਹ ਕਲਯੁਗ ਨਵਾਂ ਹੀ ਪੰਥ ਚੱਲਿਆ, ਇਹ ਕੌਣ ਨੇ ਸਾਡੀ ਬਰਾਬਰੀ ਕਰਨ ਵਾਲੇ। ਪ੍ਰੀਤਮ ਦਾਸ ਸਾਧੂ ਸੰਗਲੀ ਪਾਈ ਹੋਈ ਹੈ, ਸਤ ਦੀ ਲੱਕ ਦੇ ਨਾਲ ਸਵਾਹ ਬੜੀ ਹੋਈ ਹੈ, ਲਗੋਟ ਬੰਦ ਹਨ, ਬੈਠੇ ਨੇ ਮਸਤੀ ਧਾਰ ਕੇ ਗੰਗਾ ਦੇ ਕਿਨਾਰੇ। ਸੰਨਿਆਸੀ ਵਿਰਾਗੀ ਸਾਧੂ ਇਕੱਠੇ ਹੋ ਕੇ ਆ ਗਏ, ਕਹਿੰਦੇ ਸੰਤ ਜੀ ਕਿਹੜੇ ਭੇਖਦਾ ਤੂੰ? ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਭੇਖਦਾ ਹਾਂ। ਆ ਰਾਖ ਤਾਂ ਸਾਡਾ ਚਿੰਨ੍ਹ ਹੈ, ਤੂੰ ਕਿਉਂ ਪਹਿਨੀ ਹੈ, ਕਿਉਂ ਮੜੀ ਹੈ? ਆ ਸੰਗਲੀ ਪਾਈ ਫਿਰਦਾ ਵੀ ਸਾਡਾ ਚਿੰਨ੍ਹ ਹੈ, ਤੁਹਾਡੇ ਚਿੰਨ੍ਹ ਤੋਂ ਦੱਸੋ ਵਿਸ਼ੇਸ਼ ਤੁਹਾਡੀ ਨਿਸ਼ਾਨੀ ਕੀ ਹੈ? ਉਸ ਵੇਲੇ ਧੂਣਾ ਸੀ, ਸਤ ਜੀ ਮਾਘ ਦੇ ਮਹੀਨੇ ਇਹ ਕੁੰਭ ਦਾ ਮੇਲਾ ਲੱਗਦਾ ਹੈ ਪ੍ਰਾਗਰਾਜ ਦਾ। ਪ੍ਰੀਤਮ ਦਾਸ ਸੁਖੜੀ ਸਾਹਿਬ ਦੇ ਵਿਆਸੀ ਸਨ, ਜਪਜੀ ਸਾਹਿਬ ਦੇ ਵਿਆਸੀ ਸਨ। ਸੰਗੜੀ ਲਾ ਕੇ ਕਹਿੰਦੇ ਉਹ ਸੰਨਿਆਸੀਓ, ਜੇ ਤੁਹਾਡਾ ਨਾ ਇਹ ਸੰਗਲ ਆ ਮੈਂ ਲਾ ਕੇ ਧੂਣੇ ਸਿੜਦਾ, ਤੁਸੀਂ ਲੱਕ ਨਾਲ ਲਪੇਟ ਕੇ ਦਿਖਾ ਦਿਓ, ਨਹੀਂ ਫਿਰ ਮੈਂ ਲਪੇਟ ਲੂੰਗਾ। ਸਿੱਟਣ ਦੀ ਦੇਰ ਸੀ, ਅੱਗ ਤੇ ਝਪਟ ਵਿੱਚ ਧੂਣੇ 'ਚ ਜਦੇ ਗਰਮ ਹੋਇਆ ਸੰਗਲ, ਕਿਹੜਾ ਲਪੇਟੇ ਤੱਤੇ ਤੱਤੇ ਸੰਗਲ ਨੂੰ? ਕਹਿੰਦੇ ਲਪੇਟੋ ਜੇ ਤੁਹਾਨੂੰ ਮੇਰ ਹੈ ਇਸ ਦੇ ਉੱਤੇ ਕਿ ਸਾਡਾ ਚਿੰਨ੍ਹ ਹੈ, ਕੋਈ ਨੇੜੇ ਨਾ ਲੱਗੇ। ਉਸੇ ਵੇਲੇ ਸਤਿਸੰਗ ਜੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਉਦਾਸੀ ਸਾਧੂ ਪ੍ਰੀਤਮ ਦਾਸ ਨੇ ਸੰਗਲੀ ਚੱਕੀ, ਲੱਕ ਨਾਲ ਲਪੇਟ ਲਈ, ਉਸ ਬਰਫ਼ ਵਰਗੀ ਠੰਡੀ ਪ੍ਰਤੀਤ ਹੋਈ। ਇਹ ਗੁਰਬਾਣੀ ਦਾ ਪ੍ਰਤਾਪ ਹੈ। ਫਿਰ ਕਹਿਣ ਲੱਗੇ ਰਾਖ ਕਿਉਂ ਮੜੀ ਹੈ? ਕਹਿੰਦੇ ਆ ਜਾਓ ਸਾਧੂਓ, ਗੰਗਾ ਦੇ ਵਿੱਚ ਪ੍ਰਵੇਸ਼ ਹੋਈਏ। ਗੰਗਾ ਮਈਆ ਤੇ ਸਭ ਨੂੰ ਦੇਚਾ ਹੈ, ਜਿਹਦੀ ਗੰਗਾ ਲਾ ਦੇਵੇਗੀ ਰਾਖ ਉਹਦੀ ਨਹੀਂ ਹੈ, ਜਿਹਦੀ ਨਹੀਂ ਰਾਹੂ ਉਹਦੀ ਹੈਗੀ। ਚਲੋ ਬੜੋ ਗੰਗਾ ਦੇ ਵਿੱਚ, ਮਾਰੀਆਂ ਛਾਲਾਂ, ਸਾਰੇ ਸਾਧਾਂ ਦੀਆਂ ਰਾਖ ਰੂ ਕਿਤੇ ਉੱਡ ਗਈ। ਪ੍ਰੀਤਮ ਦਾਸ ਜੀ ਸੁੱਕੇ ਹੀ ਨਿਕਲ ਆਏ ਵਿੱਚੋਂ, ਉਸੇ ਤਰ੍ਹਾਂ ਰਾਖ ਪ੍ਰਗਟ। ਸੋ ਇੰਨੀਆਂ ਜੀਆਂ ਧਾਕਾਂ ਪਾ ਦਿੱਤੀਆਂ, ਅਸੀਂ ਤਾਂ ਭਾਈ ਫੁੱਟ ਨੇ ਮਾਰ ਲਏ। ਮਾਇਆ ਦੀ ਸਤ ਸੰਗਤ ਜੀ ਲਪੇਟ ਵਿੱਚ ਆ ਕੇ ਪਏ ਸਾਧੂਆਂ ਦਾ ਬੁਰਾ ਹਾਲ, ਇੱਕ ਦੂਜੇ ਦੀ ਨਿੰਦਿਆ ਨੇ ਸੱਚ ਨਹੀਂ ਪੱਟ ਕੇ ਵਗਾ ਦਿੱਤੇ। ਨਹੀਂ ਤਾਂ ਇਸ ਸੰਗਤ ਦੇ ਵਿੱਚ ਸਾਧੂਆਂ ਦੇ ਸਾਧੂ ਵੀ ਭੂਸ਼ਣ ਰੂਪ ਸਨ। ਉਸੇ ਸੰਪਰਦਾ ਵਿੱਚੋਂ ਕਿਰਪਾਲ ਦਾਸ ਸਾਧੂ ਹੋਏ। ਜਦੋਂ ਮਹਾਰਾਜ ਜੀ ਨੇ ਜੰਗ ਰਚਿਆ ਭਗਾਣੀ ਦਾ, ਕਿਰਪਾਲ ਦਾਸ ਨੇ ਕੁੱਤਕੇ ਦੇ ਨਾਲ ਸੱਸ ਪਠਾਨ ਦਾ ਸਿਰ ਭੰਨ ਕੇ ਵਿੱਚ ਕੱਢ ਕੇ ਰੱਖ ਦਿੱਤੀ। ਕਲਗੀਧਰ ਪਾਤਸ਼ਾਹ ਨੇ ਆਪ ਫਰਮਾਇਆ, ਸਾਡਾ ਭਾਈ ਕਿਰਪਾਲ ਕੁੱਤ ਕੋ ਸੰਭਾਰੀ, ਹਠੀ ਖਾਨ ਹਜਾਤ ਕੇ ਸੀਸ ਝਾਰੀ। ਅਹੀ ਜੀ ਉਹ ਜਿਸ ਵੇਲੇ ਆਇਆ ਪਠਾਨ ਹੰਕਾਰ ਦੇ ਨਾਲ ਕਹਿੰਦਾ, ਉਹ ਸਾਧਾ
ਤੈਨੂੰ ਵੀ ਚਾਅ ਚੜਿਆ ਜੰਗ ਲੜਨ ਦਾ, ਕੜਾਹ ਖਾਣ ਵਾਲਿਆ, ਕਿੱਡਾ ਵੱਡਾ ਢਿੱਡ ਵਧਾਇਆ ਤੈਂ। ਜਦੋਂ ਆਇਆ ਹੰਕਾਰ ਦੇ ਨਾਲ ਘੋੜੇ ਤੇ ਚੜਿਆ ਹੋਇਆ, ਉਸੇ ਵੇਲੇ ਜਦੋਂ ਤਲਵਾਰ ਬਾਹੀ ਪਠਾਨ ਨੇ ਜਦੇ ਆਪਦਾ ਸੋਟਾ ਮੂਹਰੇ ਕਰਤਾ, ਤਲਵਾਰ ਟੁੱਟ ਗਈ। ਘੁਮਾ ਕੇ ਦੀਵਾਰ ਐਸਾ ਸਿਰ ਵਿੱਚ ਮਾਰਿਆ ਸੱਚਨੀ ਭਗਾਣੀ ਦੇ ਜੰਗ ਦੇ ਵਿੱਚ। ਮਹਾਰਾਜ ਜੀ ਨੇ ਉਸ ਵੇਲੇ ਮਹਿਮਾ ਕਹੀ ਕਿ ਕਿਰਪਾਲ ਦਾਸ ਨੇ ਐ ਸਿਰ ਭੰਨਿਆ ਪਠਾਨ ਹਜਾਤ ਖਾਂ ਦਾ, ਜਿਵੇਂ ਕ੍ਰਿਸ਼ਨ ਦੁਆਪਰ ਦੇ ਅੰਦਰ ਮੱਖਣ ਦੀਆਂ ਮਟਕੀਆਂ ਭੰਨਦਾ ਸੀ। ਚਿੱਟੀ ਚਿੱਟੀ ਮਿੱਝ ਕੱਢ ਕੇ ਰੱਖ ਦਿੱਤੀ। ਇੰਨਾ ਪਿਆਰ ਇਹ ਸੰਪਰਦਾਵਾਂ ਦਾ ਸੀ। ਅੱਜ ਅਸੀਂ ਜੇ ਕੋਈ ਨਿਹੰਗ ਸਿੰਘ ਆਉਂਦਾ ਕਹਿੰਦੇ ਉਹ ਗਿੱਦੜ ਲੱਗੇ ਆਉਂਦੇ ਨੇ ਸਾਧ, ਜੇ ਕੋਈ ਨਿਹੰਗ ਸਿੰਘ ਆਉਂਦਾ ਕਹਿੰਦੇ ਮੂਰਖ ਆਉਂਦੇ ਨੇ। ਇੱਕ ਦੂਜੇ ਨੂੰ ਸਤ ਸੰਗਤ ਜੀ ਦੇਖ ਕੇ ਕੁਛ ਨਹੀਂ, ਜਿਸ ਕਰਕੇ ਧਰਮ ਸਿਥਲ ਹੋ ਰਿਹਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ, ਹੋਏ ਕਤਰ ਮੇਰੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰਨਾਮੇ ਕੇ ਹੋਵੋ ਜੋਰੀ ਗੁਰਮੁਖ ਵੈਸੋ ਸਭਾ ਬਚਾਏ। ਐਸ ਘਰ ਵਿੱਚ ਸਤ ਸੰਗਤ ਜੀ ਬੜੇ ਭਾਰੀ ਸ਼ਿਸ਼ੋਭਤ ਸਾਧੂ ਸੋਏ। ਤਾਕਾਂ ਪਾ ਦਿੱਤੀਆਂ। ਪਹਿਲਾਂ ਤਾਂ ਸਭ ਤੋਂ ਸਾਰਿਆਂ ਨੂੰ ਤੁਹਾਨੂੰ ਪਤਾ ਵੀ ਜਪਜੀ ਸਾਹਿਬ ਆਦਿ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੇ। ਸਭ ਤੋਂ ਪਹਿਲਾਂ ਇੱਕ ਓੰਕਾਰ ਹੈ ਕਿ ਨਹੀਂ? ਕਿਸੇ ਗ੍ਰੰਥ ਵਿੱਚ ਇੱਕ ਓੰਕਾਰ ਨਹੀਂ। ਵੇਦਾਂ ਵਿੱਚ ਵੀ ਓੰਗ ਨਹੀਂ ਹੈ, ਸਾਰੇ ਓੰਗ ਹੀ ਪੜ੍ਹਦੇ ਨੇ। ਓੰਗ ਵਾਚਕ ਹੈ ਤਿੰਨਾਂ ਦੇਵਤਿਆਂ ਦਾ, ਤੁਹਾਡੀਆਂ ਤਿੰਨ ਅਵਸਥਾ ਦਾ, ਤਿੰਨਾਂ ਗੁਣਾਂ ਦਾ ਇਹ ਓੰਗ ਵਾਚਕ ਹੈ। ਜਿਹੜੀ ਕਾਰ ਹੈ ਉਹ ਕੌਣ ਪ੍ਰਗਟ ਕਰੇ? ਗੁਰੂ ਨਾਨਕ ਦੇਵ ਜੀ ਤੋਂ ਬਿਨਾਂ। ਉਸ ਤੋਂ ਮੂਹਰੇ ਏਕਾ ਲਾ ਕੇ ਕੌਣ ਜਨਾਵੇ ਕਿ ਓਮਕਾਰ ਵਾਹਿਗੁਰੂ ਦਾ ਜਨਾਇਕ ਹੈ। ਉਹਨਾਂ ਦੇ ਜਾ ਕੇ ਸਤ ਸੰਗੀ ਵਿੱਚ ਸਾਧੂਆਂ ਦੀਆਂ ਮੰਡੀਆਂ 'ਚ ਓਮ ਨੂੰ ਜਪਣ ਵਾਲਿਆਂ ਨੂੰ ਐਨ ਸਿਥਲ ਕਰ ਦਿੱਤਾ। ਇੰਨੀਆਂ ਧੁੰਮਾਂ ਪਾਈਆਂ ਸਾਡੇ ਸਾਧੂਆਂ ਨੇ। ਫਿਰ ਨਿਰਮਲ ਭੇਖ ਚੱਲਿਆ। 10ਵੇਂ ਪਾਤਸ਼ਾਹ ਨੇ 5 ਸਿੰਘ ਸਤ ਸੰਗੀ ਕਾਸ਼ੀ ਵਿਦਿਆ ਪੜਨ ਭੇਜੇ। ਬੜੀ ਭਾਰੀ ਸਤ ਸੰਗੀ ਸੰਸਕ੍ਰਿਤ ਵਿਦਿਆ ਪੜ੍ਹੀ, ਗੁਰੂ ਘਰ ਵਿੱਚ ਵਿਦਿਆ ਆਈ। ਦੂਸਰੇ ਪਾਸੇ ਸਿੰਘ ਸੂਰਮਿਆਂ ਨੂੰ ਸ਼ਸਤਰਧਾਰੀ ਕਰਨਾ, ਜ਼ੁਲਮ ਦਾ ਟਾਕਰਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੈਸੇ ਮਹਾਂਪੁਰਖ। ਬੇਅੰਤ ਸਤ ਸੰਗੀ ਕਿੰਨਾ ਕਿੰਨਾ ਦਾ ਨਾਮ ਲਈਏ, ਧਮਕਾਂ ਪਾ ਦਿੱਤੀਆਂ। ਇਹ ਹੈ ਭਾਈ ਗੁਰੂ ਨਾਨਕ ਦੇਵ ਦੇ ਘਰ ਦੀ ਵਡਿਆਈ। ਸੋ ਉਹ ਸ੍ਰੀ ਚੰਦ ਬਾਬਾ ਜੀ ਜਿਨ੍ਹਾਂ ਨੂੰ ਪੁੱਛ ਰਹੇ ਨੇ ਚਾਚਾ ਲਾਲੂ ਕਿ ਮੇਰਾ ਪੋਤਾ ਗੁਰੂ ਬਣਿਆ ਕਿ ਨਹੀਂ? ਭਾਈ ਵਾਲਾ ਜੀ ਕਹਿੰਦੇ ਨਹੀਂ, ਗੁਰਤਾ ਗੱਦੀ ਤੋਂ ਗੁਰੂ ਅੰਗਦ ਦੇਵ ਜੀ ਦੇ ਪਾਸ ਹੈ। ਤਦੇ ਗੁਰਬਾਣੀ ਚਾਹੁੰਦਾ ਹੋ ਰਿਓ ਗੰਗ ਵਹਾਈਐ ਦੁਨਿਆਈ ਆਖੇ ਕਿਕਿਉ। ਸਾਰੀ ਦੁਨੀਆ ਕਹਿੰਦੀ ਸੀ ਕੀ ਹੋ ਗਿਆ, ਕੀ ਹੋ ਗਿਆ, ਕੀ ਕਰਤਾ ਗੁਰੂ ਨਾਨਕ ਦੇਵ ਜੀ ਨੇ? ਪੁੱਤਰਾਂ ਨੂੰ ਛੱਡ ਲਿਆ, ਸੇਵਕ ਨੂੰ ਵਸਤੂ ਦੇ ਦਿੱਤੀ। ਕਲਗੀਧਰ ਪਾਤਸ਼ਾਹ ਨੇ 4 ਸਾਹਿਬਜ਼ਾਦੇ ਆਪਾਂ ਤੋਂ ਦੀ ਸ਼ਹੀਦ ਕਰ ਦਿੱਤੇ ਔਰ ਆਪਾਂ ਨੂੰ ਸਾਰਿਆਂ ਨੂੰ ਝੋਲੀ 'ਚ ਲੈ ਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸਤਚਾਰ। 4 ਬੂਏ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਇੰਨੀ ਵਡਿਆਈ ਕੌਣ ਦਿੰਦਾ ਗ੍ਰਸਤੀ ਸਤ ਸੰਗ ਆਪਣੇ ਪੁੱਤਰ ਨੂੰ ਪਰੇ ਕਰਕੇ? ਇਹ ਮਹਿਮਾ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਹੈ। ਅੱਜ ਚਾਚਾ ਲਾਲੂ ਪੁੱਛ ਰਿਹਾ ਕਿ ਪੁੱਤਰ ਨੂੰ ਤਾਂ ਨਹੀਂ ਗੁਰਤਾ ਗੱਦੀ ਮਿਲੀ। ਭਾਈ ਵਾਲਾ ਜੀ ਕਹਿ ਰਹੇ ਨੇ ਕਿ ਨਹੀਂ, ਗੁਰਤਾ ਗੱਦੀ ਦੇ ਮਾਲਕ ਗੁਰੂ ਅੰਗਦ ਦੇਵ ਜੀ ਹਨ। ਮਨ ਹੈ ਮਾਨਵ ਮਨ ਅਨਮਨੇ। ਹਰ ਵੇਲੇ ਲੋਕ ਮੰਨਿਆ ਕਰਨਗੇ, ਭੁੱਖੇ ਨਹੀਂ ਰਹਿਣਗੇ ਬੇਦੀ ਵੰਸ਼ ਦੇ ਗੁਰਮੁਖ। ਗੁਰ ਅੰਗਦ ਕੋ ਗੁਰਤਾ ਦੇ। ਗੁਰਤਾ ਗੱਦੀ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਪਾਸ ਹੈ। ਜਦੋਂ ਦੁਤੀ ਨਾਨਕ ਪ੍ਰਗਟੇ। ਭਾਈ ਵਾਲਾ ਜੀ ਕਹਿੰਦੇ ਚਾਚਾ ਲਾਲੂ ਕੀ ਪੁੱਛਣਾ ਹੈ? ਦੂਜੇ ਗੁਰੂ ਨਾਨਕ ਰੂਪ ਹਨ। ਸੁਣ ਕਰ ਲਾਲੂ ਗਿਰਾ ਉਲਾਈ। ਉਸ ਵੇਲੇ ਚਾਚੇ ਲਾਲੂ ਨੇ ਬਾਣੀ ਕਹੀ ਸੁਣ ਕੇ। ਖੋਜੋ ਜੇ ਪਤਰੀ ਹੋਏ ਭਾਈ। ਚੰਗਾ ਭਾਈ ਬਾਲਾ, ਆ ਕਾਗਜ਼ ਮੇਰੇ ਭਰਾ ਦੇ ਕਾਲੂ ਦੇ ਪਏ ਨੇ, ਢੇਰ ਲੱਗੇ ਪਏ ਨੇ ਪਟਵਾਰਖਾਨੇ ਦੇ ਕਾਗਜ਼ ਬਿਆੰਤਰੇ, ਭਾਲ ਲੋ ਇਹਦੇ ਵਿੱਚੋਂ। ਕਾਗਰ ਲਿਖ ਕੇ ਕਥਾਈ। ਲੇਖੇ ਪੱਤੇ ਦੇ ਕਾਗਜ਼ ਕਿੱਥੋਂ ਹਨ? ਉਹ ਮਹਿ ਮਿਲੀ ਨਾ ਜਾਣੀ ਜਾਈ। ਸਾਰਿਆਂ ਕਾਗਜ਼ਾਂ ਰੁਲੀ ਹੋਣੀਆਂ ਕਿਤੇ ਜਨਮ ਪੱਤਰੀ ਗੁਰੂ ਨਾਨਕ ਦੇਵ ਜੀ ਦੀ, ਮੈਨੂੰ ਤਾਂ ਪਤਾ ਨਹੀਂ ਲੱਗਦਾ। ਦੋਹਰਾ ਕਹਿ ਬਾਲਾ ਲਾਲੂ ਸੁਣੋ। ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਲਾਲੂ ਜੀ ਸੁਣੋ, ਤੂੰ ਕਾਲੂ ਕੋ ਭਰਾਤ। ਤੁਸੀਂ ਬਾਬਾ ਕਾਲੂ ਜੀ ਦੇ ਭਰਾ ਹੋ ਛੋਟੇ। ਜਨਨ ਜਨਕ ਨਾਨਕ ਨਹਿਨ। ਇਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਚਲੇ ਗਏ ਸੱਚਖੰਡ ਨੂੰ। ਸੁਣਤੇ ਅਵੇ ਅਗਾਤ। ਮੈਨੂੰ ਭਰੋਸਾ ਤੁਹਾਡੇ ਕੋਲ ਹੀ ਜਨਮ ਪੱਤਰੀ ਮਿਲ ਸਕਦੀ ਹੈ, ਸਾਡੀ ਮਦਦ ਕਰੋ। ਚਲੋ ਆਪਾਂ ਕਾਗਜ਼ਾਂ ਚੋਂ ਭਾਲੀਏ। ਜੋ ਪਈ ਤੁਮ ਬਿਨ ਕੌਣ ਕਰੇ ਹਮ ਕੰਮ। ਇਹ ਜਨਮ ਪੱਤਰੀ ਨੂੰ ਭਾਲਣ ਦਾ ਤੁਹਾਡੇ ਬਿਨਾਂ ਕੌਣ ਕੰਮ ਕਰੇਗਾ? ਪਾਪਤਰੀ ਉਠ ਖੋਜੋ ਧਾਮ। ਉੱਠੋ ਹੁਣ ਔਲੀ ਦੇਣੇ, ਭਾਵੇਂ ਬਿਰਧ ਅਵਸਥਾ ਹੈ, ਸਾਡੇ ਨਾਲ ਸਹਾਇਕ ਹੋਵੋ।
ਜਨਮ ਪੱਤਰੀ ਖੋਜੀਏ। ਬਾਲੇ ਕੀ ਸੁਣ ਗਿਰਾ ਰਸਾਲੂ, ਬੜੀ ਸੁੰਦਰ ਨਿਮਰਤਾ ਵਾਲੀ ਬਾਣੀ ਸੁਣ ਕੇ ਭਾਈ ਬਾਲੇ ਦੀ ਸਾਗਰ ਗਿਰੇ ਖੋਜਤ ਭਾਲ ਲਾਲੂ। ਭਾਈ ਲਾਲੂ ਜੀ ਉੱਠੇ ਉਦਮ ਦੇ ਨਾਲ ਘਰ ਦੇ ਕਾਗਜ਼ ਖੋਜਣੇ ਸ਼ੁਰੂ ਕਰਤੇ। ਖੋਜਤ ਪਤਰੀ ਜਬਹੀ, ਕਾਗਜ਼ਾਂ ਨੂੰ ਫੋਲਦਿਆਂ ਜਨਮ ਪੱਤਰੀ ਮਿਲੀ। ਦਿਵਸ ਪੰਚ ਵਹਿ ਪਾਈ ਤਬਹੀ, 5 ਦਿਨ ਭਾਲਦੇ ਰਹੇ ਕਾਗਜ਼ਾਂ ਵਿੱਚ। 5ਵੇਂ ਦਿਨ ਸਤ ਸੰਗ ਜੀ ਵਿੱਚੋਂ ਲੱਭੀ। ਇੰਨੀ ਲਾਲੂ ਨੇ ਕਰ ਬਾਲਾ, ਉਸ ਵੇਲੇ ਲਾਲੂ ਨੇ ਨਮਸਕਾਰ ਕੀਤੀ ਜਨਮ ਪੱਤਰੀ ਨੂੰ, ਗੁਰੂ ਨਾਨਕ ਦੇਵ ਜੀ ਨੂੰ ਹੱਥ ਵਿੱਚ ਫੜਾ ਦਿੱਤੀ ਭਾਈ ਬਾਲੇ ਦੇ। ਕਾਹੇ ਦੇ ਕਰ ਪੰਨੂ ਲਾਲਾ, ਭਾਈ ਬਾਲੇ ਦੇ ਨਮਸਕਾਰ ਕਰਕੇ ਲਾਲੇ ਪੰਨੂ ਦੇ ਹੱਥ 'ਚ ਦੇ ਦਿੱਤੀ। ਤੇ ਪੰਨੂ ਪੁਨ ਬਚਨੇ ਉਚਾਰੇ, ਪੰਨੂ ਲਾਲੇ ਨੇ ਸਤ ਸੰਗ ਜੀ ਬਚਨ ਕਹੇ ਲੈ ਕੇ ਜਨਮ ਪੱਤਰੀ। ਬਾਲੇ ਚਲੀਏ ਸੰਗ ਹਮਾਰੇ, ਭਾਈ ਬਾਲੇ ਹੁਣ ਤੂੰ ਘਰ ਨਾ ਰਹਿ, ਮੇਰੇ ਨਾਲ ਹੀ ਚੱਲ ਖਡੂਰ ਸਾਹਿਬ ਨੂੰ। ਫੇਰ ਹੈ ਗੁਰ ਔਰ ਹਰਖ ਅਪਾਰਾ, ਜਦੋਂ ਗੁਰੂ ਅੰਗਦ ਦੇਵ ਜੀ ਜਨਮ ਪੱਤਰੀ ਦੇ ਦਰਸ਼ਨ ਕਰਨਗੇ ਗੁਰੂ ਨਾਨਕ ਦੇਵ ਜੀ ਦੀ ਦੇ ਬੜੇ ਖੁਸ਼ ਹੋਣਗੇ। ਪਰਮ ਪ੍ਰਸਿੱਧ ਹੈ ਪਰਉਪਕਾਰਾ, ਆਪਣਾ ਪਰਉਪਕਾਰ ਤੇਰਾ ਸਮਝ ਕੇ ਖੁਸ਼ ਹੋਣਗੇ ਬਹੁਤ। ਸੁਨ ਸ਼ਰੋਨਨ ਮਨ ਮਹਿ ਅਨਮਾਨੀ, ਕਿਉਂ ਮਨ ਵਿੱਚ ਬਚਨ ਸੁਣ ਕੇ ਅਨੁਮਾਨ ਲਾਇਆ ਭਾਈ ਬਾਲੇ ਨੇ ਬਾਣੀ ਭੰਤ ਸੁਖਨ ਮਮਸਾਨੀ, ਕਿ ਮੇਰੇ ਭਲੇ ਦੀ ਬਾਣੀ, ਮੇਰੇ ਸੁਖਾਂ ਵਾਲੀ ਬਾਣੀ ਕਹਿ ਰਿਹਾ ਹੈ ਲਾਲਾ। ਗਵਨੇ ਜੁਗਲ ਸੰਗ ਮਗ ਮਾਹੀ, ਕਿਉਂ ਦੋਨੋਂ ਜਨਮ ਪੱਤਰੀ ਲੈ ਕੇ ਸੱਸ ਦੀ ਲਪੇਟ ਕੇ ਰੁਮਾਲੇ ਦੇ ਵਿੱਚ ਸੀਸ ਤੇ ਰੱਖ ਲਈ ਗੁਰੂ ਨਾਨਕ ਦੇਵ ਜਨਮ ਪੱਤਰੀ। ਖਡੂਰ ਸਾਹਿਬ ਨੂੰ ਚੱਲ ਪਏ। ਬਾਲਾ ਪਨ ਪੰਨੂ ਦਿਸ ਤਹ ਆਈ, ਭਾਈ ਬਾਲਾ ਜੀ ਤੇ ਲਾਲਾ ਪੰਨੂ ਦੋਨੋਂ ਖਡੂਰ ਸਾਹਿਬ ਨੂੰ ਆਏ ਹਨ। ਦੋਹਰਾ ਲਾਲੂ ਚਲਤਿਓ ਮਿਲਤ ਬੈ, ਜਾਣ ਲੱਗੇ ਸੱਸ ਜੀ ਤੁਰਨ ਲੱਗੇ ਚਾਚੇ ਲਾਲੂ ਨੂੰ ਮਿਲੇ। ਪੈਸੇ ਪੰਜ ਨਲੇਰ, ਨਾਰੀਅਲ ਤੇ 5 ਪੈਸੇ ਚਾਚੇ ਲਾਲੂ ਨੇ ਦਿੱਤੇ ਕਿ ਗੁਰੂ ਅੰਗਦ ਦੇਵ ਜੀ ਦੀ ਭੇਟਾ ਕਰ ਦਿਓ, ਆਪਣੀ ਦਿਸ਼ਤੇ ਭੇਟ ਦੀ, ਮੇਰੇ ਵੱਲੋਂ ਭੇਟਾ ਦੇ ਦਿਓ, ਬੋਲਿਓ ਮੁਖ ਤੇ ਫੇਰ, ਨਾਲ ਹੀ ਸੁਨੇਹਾ ਦੇ ਦਿਓ। ਚਾਚਾ ਲਾਲੂ ਕਹਿੰਦਾ ਗੁਰੂ ਅੰਗਦ ਦੇਵ ਜੀ ਨੂੰ ਚੌਪਈ ਹਮਰੀ ਦਿਸ਼ਤੇ ਦੇਹੋ ਸੰਦੇਸ਼ਾ, ਮੇਰੇ ਪਾਸੋਂ ਸੁਨੇਹਾ ਲੈ ਜਾਓ। ਸ਼੍ਰੀ ਅੰਗਦ ਜਿਸ ਦੋਸ਼ ਨ ਦਲੇਸ਼ਾ, ਜੋ ਗੁਰੂ ਅੰਗਦ ਦੇਵ ਜੀ ਦਾ ਉੱਤਮ ਜੀਵਨ ਹੈ। ਸ਼੍ਰੀ ਚੰਦ ਸੇ ਰਿਸ ਕੋ ਧਰੇ, ਜੇ ਮੇਰਾ ਪੋਤਾ ਸ੍ਰੀ ਚੰਦ ਗੁੱਸਾ ਕਰੇ ਨਾ, ਮੇਰੇ ਪਿਓ ਦੀ ਗੱਦੀ ਲੈ ਗਏ ਉਹ, ਉਹਨਾਂ ਤੇ ਖਿਮਾ ਕਰਨਿਓ। ਖਿਮਾ ਧਰ ਜਿਉ ਤਹਿ ਪਰ ਕਰੈ, ਜਿਵੇਂ ਧਰਤੀ ਦੇ ਅੰਦਰ ਖਿਮਾ ਐ ਮੇਰੇ ਪੋਤੇ ਤੇ ਖਿਮਾ ਕਰਦੇ ਰਹਿਣ। ਉਹ ਆਪ ਗੁਰੂ ਨਾਨਕ ਰੂਪ ਹਨ। ਬਾਲੇ ਬੋਰੋ ਬਚਨ ਉਚਾਰਾ, ਭਾਈ ਬਾਲੇ ਨੇ ਬਚਨ ਕਹੇ। ਸ਼੍ਰੀ ਅੰਗਦ ਨਾਨਕ ਅਵਤਾਰਾ, ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੀ ਹਨ ਗੁਰੂ ਅੰਗਦ ਦੇਵ ਜੀ ਹੈ ਚਾਚਾ ਲਾਲੂ। ਪੰਜ ਦੋਖ ਨ ਤਿਨ ਮਹਿ ਪਾਵੈ, ਕਾਮ ਕ੍ਰੋਧ ਆਦਿਕ ਕੋਈ ਦੋਸ਼ ਗੁਰੂ ਅੰਗਦ ਦੇਵ ਵਿੱਚ ਨਹੀਂ ਹਨ। ਨਿਕਟ ਤਰਨ ਜਿਉ ਤਿਮਰ ਨ ਆਵੈ, ਸੂਰਜ ਨੇੜੇ ਜਿਵੇਂ ਹਨੇਰਾ ਨਹੀਂ ਆ ਸਕਦਾ, ਸਤਿਗੁਰਾਂ ਦੇ ਨੇੜੇ ਬਕਾਰ ਨਹੀਂ ਛੋ ਸਕਦੇ। ਦਮ ਦਮ ਸੋ ਤਨ ਗਿਆਨ ਸੁਹਾਵੈ, ਆਪ ਗਿਆਨ ਸਰੂਪ ਸੋਭਦੇ ਹਨ। ਆਪ ਜੀ ਦੇ ਇਰਦ ਗਿਰਦ ਸਾਮਨ ਦੀਆਂ ਵਾਸ਼ਨਾ ਰੋਕਣੀਆਂ, ਦਮ ਇੰਦਰੀਆਂ ਦਾ ਦਮਨ ਕਰਨਾ, ਇਹ ਅੰਗ ਸੋਭਦੇ ਨੇ। ਆਤਪ ਭਗਤ ਜਗਤ ਵਿਦਤਾਵੈ, ਜਿਵੇਂ ਸੂਰਜ ਧੁੱਪ ਪ੍ਰਗਟ ਕਰਦਾ ਸਾਰੇ ਸੰਸਾਰ ਦੇ ਉੱਤੇ, ਸਤਿਗੁਰੂ ਜੀ ਭਗਤੀ ਦੀ ਧੁੱਪ ਥਾਂ ਥਾਂ ਪ੍ਰਗਟ ਕਰ ਰਹੇ ਨੇ। ਪਤਰੀਲੇ ਚਲੇ ਤਤਕਾਲਾ, ਕਿਉਂ ਸਤ ਸੰਗ ਦੀ ਜਨਮ ਪੱਤਰੀ ਲੈ ਕੇ ਚੱਲ ਪਏ। ਜੇ ਖੰਡੂਰ ਮੈਂ ਗੁਰੂ ਕਿਰਪਾਵਾ, ਜਿੱਥੇ ਕਿਰਪਾਲੂ ਸਤਿਗੁਰੂ ਖੰਡੂਰ ਸਾਹਿਬ ਸਤ ਸੰਗਤ ਜੀ ਜਿਸ ਪ੍ਰਕਾਰ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲਣਗੇ, ਇਹ ਕੱਲ ਨੂੰ ਸਤ ਸੰਗ ਦੀ ਕਥਾ ਵਿਚਾਰਾਂਗੇ। ਆਪ ਜੀ ਨੇ ਭਾਈ ਬਾਲਾ ਜੀ ਤੋਂ ਸਾਰੀ ਕਥਾ ਸਤ ਸੰਗ ਜੀ ਸੁਣਨੀ ਹੈ, ਨਾਲ ਦੀ ਨਾਲ ਮੁੱਖੇ ਪੈੜੇ ਤੋਂ ਲਿਖਾਉਣੀ ਹੈ ਜੋ ਸੁਲਤਾਨਪੁਰ ਦਾ ਵਾਸੀ ਹੈ। ਇਹ ਕੱਲ ਨੂੰ ਕਥਾ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ ਕਰਨੀਆਂ। ਸਤਿਗੁਰੂ ਜੀ ਆਪਣੀਆਂ ਘੜੀਆਂ ਲੇਖੇ ਲਾਉਣ। ਆਓ ਰਾਗੀ ਸਿੰਘ ਜੀ ਹਾਜ਼ਰ ਹਨ। ਉਸੇ ਤਰ੍ਹਾਂ ਭਾਈ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣ ਕੇ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।